ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਭ ਨੂੰ ਜੈ ਹਿੰਦ, ਜੈ ਭਾਰਤ, ਜੈ ਜਵਾਨ ਅਤੇ ਜੈ ਕਿਸਾਨ। ਇਸ ਵੱਡੇ ਐਜੀਟੇਸ਼ਨ ਦੇ ਬਾਰੇ ਅੱਜ ਗੱਲ ਕਰਨ ਦਾ ਵਿਚਾਰ ਬਣਿਆ। ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਕੁਛ ਨਾ ਕੁਛ ਪ੍ਰਤੀਕਿਰਿਆ, ਕੁਛ ਨਾ ਕੁਛ ਨੌਲੇਜ ਜਾਂ ਕੁਛ ਨਾ ਕੁਛ ਅਵੇਅਰਨੈਸ ਵਾਸਤੇ ਜ਼ਰੂਰ ਸ਼ੇਅਰ ਕਰਨਾ ਹੈ। ਤਾਂ ਸਾਰਿਆਂ ਦੀ ਰਿਕੁਐਸਟ ਦੇ ਨਾਲ ਅੱਜ ਮੈਂ ਲਾਈਵ ਹੋਇਆ ਆਪਣੇ ਸਾਰੇ ਫੇਸਬੁੱਕ ਫਰੈਂਡਸ ਨਾਲ, ਅਤੇ ਮੈਂ ਉਮੀਦ ਕਰਦਾ ਕਿ ਜਿਹੜੀਆਂ ਚੀਜ਼ਾਂ ਜੋ ਸੱਚ ਜਾਂ ਟਰੁੱਥਸ, ਜੋ ਬਿਟਰ ਟਰੁੱਥਸ ਹੁੰਦੇ ਹੈ, ਅਤੇ ਮੈਂ ਉਹਨਾਂ ਨਾਲ ਵੀ ਅੱਜ ਰਿਵੀਲ ਆਊਟ ਕਰੂੰਗਾ ਅਤੇ ਕੋਸ਼ਿਸ਼ ਕਰੂੰਗਾ ਕਿ ਵੀ ਸਾਰੇ ਲੋਕ ਇਹਨੂੰ ਚੰਗੀ ਤਰ੍ਹਾਂ ਸੁਣਨ। ਪਸੰਦ ਆਵੇ ਤਾਂ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਅੱਜ ਆਪਾਂ ਗੱਲ ਨੌਲੇਜ ਦੇ ਰਿਲੇਟਡ ਕਰਨੀ ਹੈ, ਕਿਸਾਨੀ ਦੇ ਰਿਲੇਟਡ ਕਰਨੀ ਹੈ, ਅਤੇ ਆਪਣੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਹੈ, ਜਿੱਥੇ ਇੱਕ ਬਹੁਤ ਵੱਡੀ ਖੁਸ਼ੀ ਹੈ ਮਨੋ ਕਿ ਪੂਰਾ ਪੰਜਾਬ, ਪੂਰਾ ਇੰਡੀਆ ਬਹੁਤ ਸਾਲਾਂ ਬਾਅਦ ਆਪਣੇ ਜਿਉਂਦੇ ਜੀ ਦੇਖਿਆ ਕਿ ਇਕੱਠਾ ਹੋਏ, ਯੂਨਿਟੀ ਬਣੀ ਸਭ ਦੀ। ਤਾਂ ਸਭ ਤੋਂ ਪਹਿਲਾਂ ਤਾਂ ਇਹ ਯੂਥ ਨੂੰ ਬਹੁਤ ਵੱਡੀਆਂ ਮੁਬਾਰਕਾਂ ਕਿ ਉਹ ਪੰਜਾਬ 'ਚੋਂ, ਘਰੋਂ 'ਚੋਂ ਬਾਹਰ ਨਿਕਲ ਕੇ ਜਿਹੜੀ ਉਹਨਾਂ ਨੇ ਐਜੀਟੇਸ਼ਨ ਨੂੰ ਇਹਨੂੰ ਚਲਾਇਆ, ਤਾਂ ਬਹੁਤ ਹੀ ਚੰਗੀ ਗੱਲ ਹੈ। ਤਾਂ ਇਹਦੇ ਵਿੱਚ ਸਰਕਾਰ ਨੂੰ ਜ਼ਰੂਰ ਇਹ ਚੀਜ਼ ਸੋਚਣੀ ਚਾਹੀਦੀ ਹੈ, ਅਤੇ ਅਸੀਂ ਸਾਰੇ ਬੇਨਤੀ ਵੀ ਕਰਦੇ ਹਾਂ। ਪੜ੍ਹੇ ਲਿਖਿਆ ਜਿਹੜਾ ਸਮਾਜ ਹੈ ਉਹ ਬੇਨਤੀ ਕਰਦਾ ਹੈ ਸਰਕਾਰ ਨੂੰ ਕਿ ਜੋ ਵੀ ਮੰਗਾਂ ਨੇ, ਜਿਹਦੇ ਵਿੱਚ ਵੀ ਅਮੈਂਡਮੈਂਟਸ ਨੇ, ਟੇਬਲ ਦੇ ਉੱਤੇ ਬੈਠ ਕੇ ਹੱਲ ਹੋਣਾ ਹੈ। ਤਾਂ ਜਿੰਨੀ ਜਲਦੀ ਆਪਾਂ ਉਸ ਮਸਲੇ ਨੂੰ ਨਿਬੇੜਾਂਗੇ, ਉਹਦੇ ਵਾਸਤੇ ਆਪਣੇ ਦੇਸ਼ ਹਿੱਤ ਵਿੱਚ ਉਹ ਚੀਜ਼ ਰਹੇਗੀ, ਪਲੱਸ ਲੋਕ ਹਿੱਤ ਦੇ ਵਿੱਚ ਹੋਣੀ ਚਾਹੀਦੀ ਹੈ। ਜੋ ਸਰਕਾਰਾਂ ਨੇ ਉਹ ਲੋਕ ਹਿੱਤ ਲਈ ਬਣਦੀਆਂ ਨੇ, ਅਤੇ ਸਰਕਾਰਾਂ ਨੂੰ ਕਦੇ ਵੀ ਲੋਕਾਂ ਨਾਲ ਇਸ ਤਰ੍ਹਾਂ ਦੀ ਜ਼ਿਆਦਤੀ ਨਹੀਂ ਕਰਨੀ ਚਾਹੀਦੀ, ਜਿਹਦੇ ਬੇਸਿਸ ਉੱਤੇ ਕਿ ਪੂਰੇ ਦੇਸ਼, ਪੂਰੀ ਦੁਨੀਆ ਦੇ ਵਿੱਚ ਆਪਣੇ ਮੁਲਕ ਦੀ, ਆਪਣੇ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰਾਈਮ ਮਿਨਿਸਟਰ ਦੀ ਜਾਂ ਕਿਸੇ ਵੀ ਨੇਤਾ ਦੀ, ਚਾਹੇ ਉਹ ਸਾਡੇ ਪੰਜਾਬ ਦੇ ਸੀਐਮ, ਉਹਨਾਂ ਦੀ ਬੁਰਾਈ ਹੋਵੇ, ਲੋਕ ਉਹਨਾਂ ਬਾਰੇ ਬੁਰਾ ਭਲਾ ਬੋਲਣ, ਇਹ ਸਾਡੇ ਦੇਸ਼ ਦੇ ਰੈਪੂਟੇਸ਼ਨ ਦੇ ਖਿਲਾਫ ਹੈ। ਤਾਂ ਜਦੋਂ ਗੱਲ ਆਪਣੇ ਮੁਲਕਾਂ ਤੋਂ ਵੀ ਬਾਹਰ ਜਾਣ ਲੱਗ ਜਾਵੇ, ਤਾਂ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਸੋਚਣ ਦੀ ਲੋੜ ਹੈ, ਸਰਕਾਰ ਨੂੰ ਸੋਚਣਾ ਚਾਹੀਦਾ। ਅੱਜ ਦੀ ਵੀਡੀਓ ਕੁਝ ਥੋੜ੍ਹੀ ਲੰਬੀ ਹੋ ਸਕਦੀ ਹੈ, ਤਾਂ ਇਸ ਕਰਕੇ ਪੂਰੇ ਗੌਰ ਨਾਲ ਸੁਣਿਓ। ਤਾਂ ਸਟਾਰਟਿੰਗ ਦੇ ਵਿੱਚ ਮੈਂ ਇਸੇ ਕਰਕੇ ਸਭ ਨੂੰ ਪਹਿਲਾਂ ਮੁਬਾਰਕਬਾਦ ਦਿੱਤੀ, ਕਿਉਂਕਿ ਅੱਜ ਦੇ ਜਿਹੜੇ ਟੌਪਿਕ ਨੇ ਉਹ ਪੰਜਾਬ ਦਾ ਐਗਰੀਕਲਚਰ, ਉਹਦੇ ਬਿਟਰ ਟਰੁੱਥਸ, ਜਾਂ ਆਪਾਂ ਨੂੰ ਕੀ ਲਰਨ ਕਰਨਾ ਚਾਹੀਦਾ। ਕਿਉਂਕਿ ਮੈਂ ਹਮੇਸ਼ਾ ਪਰਸਨਲੀ ਚਾਹੁੰਦਾ ਕਿ ਜਿੰਨੇ ਵੀ ਲੋਕ ਪੜ੍ਹੇ ਲਿਖੇ ਲੋਕ ਨੇ, ਜਿਹੜੇ ਖੇਤੀ ਨਾਲ ਪੜ੍ਹੇ ਲਿਖੇ ਲੋਕ ਸੰਬੰਧ ਰੱਖਦੇ ਨੇ, ਪਲੱਸ ਜਿਵੇਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਸਾਇੰਟਿਸਟ ਨੇ, ਇੰਡੀਆ, ਆਲ ਓਵਰ ਇੰਡੀਆ ਨੇ, ਪੰਜਾਬ ਦੇ ਵਿੱਚ ਸਭ ਤੋਂ ਵੱਡੀ ਯੂਨੀਵਰਸਿਟੀ, ਉੱਥੇ ਦੇ ਸਾਇੰਟਿਸਟਾਂ ਨੂੰ ਕਿਸਾਨਾਂ ਦੀ ਸਟੇਜ 'ਤੇ ਅੱਗੇ ਜਾਣਾ ਚਾਹੀਦਾ, ਜਾਂ ਸੋਸ਼ਲ ਮੀਡੀਆ ਥਰੂ ਉਹਨੂੰ ਸੰਬੋਧਿਤ ਕਰਨਾ ਚਾਹੀਦਾ, ਅਤੇ ਦੱਸਣਾ ਚਾਹੀਦਾ ਕਿ ਅੱਜ ਦੀ ਜਿਹੜੀ ਕਿਸਾਨੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਉਹਦੇ ਟਰੁੱਥਸ ਕੀ ਨੇ। ਅਤੇ ਆਪਾਂ ਨੇ ਇਕੱਲਾ MSP ਜਾਂ ਇਕੱਲਾ ਕਹਿ ਲਓ ਕਿ ਵੀ ਹੋਰ ਇਕਨੋਮਿਕ ਰਾਈਟਸ ਪਿੱਛੇ ਨਹੀਂ ਇਕੱਲੇ ਲੜਨਾ। ਇਹ ਲੜਾਈ ਪਹਿਲਾਂ ਆਪਣੇ ਘਰ ਦੇ ਅੰਦਰੋਂ ਸ਼ੁਰੂ ਹੋਈ ਹੈ, ਜਿਹਨੂੰ ਆਪਾਂ ਨੇ ਆਪਣੇ ਅੰਦਰੋਂ ਖ਼ਤਮ ਕਰਨਾ ਹੈ। ਖ਼ਤਮ ਕਰਕੇ ਤਾਂ ਆਪਾਂ ਆਪਣੇ ਪੰਜਾਬ ਦੀ, ਇਸ ਦੇਸ਼ ਦੀ ਕਿਸਾਨੀ ਨੂੰ ਬਚਾ ਸਕਦੇ ਹਾਂ, ਜਿਹਦਾ ਕਿ ਇਕੋਨਮੀ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਜਿਹੜਾ ਹੈ ਉਹ ਕਿਸਾਨੀ ਦਾ। ਅਤੇ ਪਹਿਲਾਂ ਨਾਅਰਾ ਲੱਗਿਆ ਸੀਗਾ ਕਿ ਆਪਾਂ ਹਰੀ ਕ੍ਰਾਂਤੀ ਲਿਆਉਣੀ ਹੈ, ਤਾਂ ਪੰਜਾਬ ਨੇ ਜਿਹੜੀ ਧਰਤੀ ਨੂੰ ਆਪਾਂ ਆਪਣੀ ਮਾਂ ਕਹਿੰਦੇ ਹਾਂ, ਉਹਦਾ ਪੇਟ ਕੱਟ ਕੇ ਆਪਾਂ ਹਰੀ ਕ੍ਰਾਂਤੀ ਲਿਆਤੀ, ਅਤੇ ਅੱਜ ਆਪਣੇ ਕੋਲ ਅਨਾਜ ਜਿਹੜਾ ਹੈਗਾ ਉਹ ਸਰਪਲਸ ਚੱਲਦਾ ਹੈ। ਚਾਵਲ ਹੋਇਆ, ਚਾਹੇ ਉਹ ਕਣਕ ਹੈ, ਉਹ ਸਰਪਲਸ ਜਾ ਰਹੀ ਹੈ। ਤਾਂ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਉਦੋਂ ਦਾ ਨਾਅਰਾ ਹਜੇ ਤੱਕ ਚੱਲੇ ਆ ਰਿਹਾ। ਤਾਂ ਇਸ ਕਰਕੇ ਹੁਣ ਵਕਤ ਆ ਗਿਆ ਕਿ ਆਪਾਂ ਆਪਣੇ ਉਸ ਨਾਅਰੇ ਨੂੰ, ਹਰੀ ਕ੍ਰਾਂਤੀ ਜੋ ਆਪਾਂ ਲਿਆ ਚੁੱਕੇ ਹਾਂ, ਨਵੇਂ ਨਾਅਰੇ ਦੇ ਨਾਲ ਚੱਲੀਏ। ਤਾਂ ਨਵੇਂ ਨਾਅਰੇ ਦੇ ਵਿੱਚ ਆਪਾਂ ਨੂੰ ਅੱਜ ਦੀ ਡੇਟ ਦੇ ਵਿੱਚ ਜੋ ਇਹ ਮਾਸ ਐਜੀਟੇਸ਼ਨ ਨੇ ਸਿਖਾਇਆ ਕਿ ਆਪਾਂ ਇਕੱਠੇ ਹੋ ਚੁੱਕੇ ਹਾਂ। ਤਾਂ ਇਕੱਠੇ ਹੋ ਗਏ, ਉਹਨਾਂ ਦੀ ਸਟੇਜਾਂ ਦੇ ਵਿੱਚੋਂ ਦੀ ਆਪਾਂ ਬਜਾਏ ਕਿ ਇਸ ਐਜੀਟੇਸ਼ਨ ਨੂੰ ਇਹਦਾ ਮੁੱਦੇ ਤੋਂ ਹਟਾਉਣ ਵਾਸਤੇ, ਜਿਵੇਂ ਕੋਈ ਕਿਸਾਨਾਂ ਦੇ ਲੀਡਰਾਂ ਨੇ ਵੀ ਇਹ ਗੱਲ ਕੀਤੀ ਕਿ ਆਪਾਂ ਨੇ ਇਸ ਐਜੀਟੇਸ਼ਨ ਨੂੰ ਸ਼ਾਂਤਮਈ ਚੱਲਣਾ ਹੈ, ਤਾਂ ਕਿ ਐਜੀਟੇਸ਼ਨ ਦਾ ਮੇਨ ਮੁੱਦਾ ਨਾ ਵਿਗੜੇ, ਕੋਈ ਵੀ ਸ਼ਰਾਰਤੀ ਅੰਸ਼ ਆ ਕੇ ਪ੍ਰੋਬਲਮ ਨਾ ਕ੍ਰੀਏਟ ਕਰੇ, ਕੋਈ ਇਹੋ ਜਿਹਾ ਨਾਅਰਾ ਨਾ ਲੱਗੇ ਜਾਂ ਕੋਈ ਇਹੋ ਜਿਹੀ ਉੱਥੇ ਹਰਕਤ ਨਾ ਹੋਵੇ ਜਿਹੜਾ ਕਿ ਪਬਲਿਕ ਓਪੀਨੀਅਨ ਜਿਹੜਾ ਹੈਗਾ ਉਹ ਨੈਗੇਟਿਵ ਮੋਬਿਲਾਈਜ਼ ਕਰ ਦੇਵੇ। ਤਾਂ ਸਾਰੇ ਜਾਣੇ, ਜਿੰਨਾ ਵੀ ਯੂਥ ਉੱਥੇ ਬੈਠਾ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਇਸ ਚੀਜ਼ ਦਾ ਜ਼ਰੂਰ ਖਿਆਲ ਕਰਿਓ। ਕੋਈ ਵੀ ਮਿਸਟੇਕ ਆਪਣੇ ਵੱਲੋਂ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਆਪਾਂ ਕਹੀਏ ਕਿ ਜੀ ਸਾਡੇ ਪੰਜਾਬ ਦੀ ਜਿਹੜੀ ਕਹਿ ਲਓ ਕਿ ਰੈਪੂਟੇਸ਼ਨ ਹੈ ਉਹ ਖਤਰੇ 'ਚ ਹੋਵੇ। ਅੱਜ ਆਪਾਂ ਨੇ ਪੰਜਾਬੀ ਲੋਕ ਹੈ, ਆਪਾਂ ਆਪਣੇ ਦਿਖਾਉਣਾ ਹੈ ਕਿ ਆਪਾਂ ਹਾਂ ਵੀ ਕੋਈ ਚੀਜ਼ ਹੈਗੇ ਆ ਸ਼ੁਰੂ ਤੋਂ ਹੀ, ਅਤੇ ਅੱਜ ਤੋਂ ਨਹੀਂ ਪਹਿਲੇ ਤੋਂ, ਕਿਉਂਕਿ ਸ਼ੁਰੂ ਤੋਂ ਸਰਕਾਰਾਂ ਨੇ, ਮੋਦੀ ਸਰਕਾਰ ਇਕੱਲੀ ਨਹੀਂ, ਕਾਂਗਰਸ ਸਰਕਾਰ ਹੋਵੇ, ਚਾਹੇ ਕੋਈ ਹੋਰ ਸਰਕਾਰ ਹੋਵੇ, ਜਾਂ ਉਸ ਤੋਂ ਪਹਿਲਾਂ ਮੁਗਲਾਂ ਤੋਂ ਸ਼ੁਰੂ ਹੋ ਜਾਓ, ਗੋਰਿਆਂ ਤੋਂ ਸ਼ੁਰੂ ਹੋ ਜਾਓ, ਉਸ ਤੋਂ ਬਾਅਦ ਕਾਂਗਰਸ 'ਤੇ ਆ ਜਾਓ, ਅਤੇ BJP 'ਤੇ ਆ ਜਾਓ, ਕਿਹੜੀ ਮਰਜ਼ੀ ਸਰਕਾਰ 'ਤੇ ਆ ਜਾਓ, ਉਸ ਟਾਈਮ 'ਚ ਹੀ ਪੰਜਾਬ ਨੂੰ ਤੋੜਿਆ ਗਿਆ ਸੀ। ਇਸੇ ਕਰਕੇ ਤੋੜਿਆ ਗਿਆ ਸੀ ਕਿ ਉਹ ਪੰਜਾਬ ਦੇ ਲੋਕ ਬਹੁਤ ਸਟਰੋਂਗ ਸੀ, ਬਹੁਤ ਰੈਵੋਲੂਸ਼ਨਰੀ ਸੀ। ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਗਿਆ ਕਿ
पाकिस्तान बनाता, हिमाचल के कुछ एरियाज़ कट्टते, हरियाणा भी पंजाब चों निकल गया, बहुत सारिया चीज़ां निकल गई तो आपां छोटे ਜਿਹੇ रह गए। हुण इस एजीटेशन दे विच की है कि आपां ने एक तो बुराइयां तो बचना है, दूसरा आपां ने देखना जिहड़ी खेती है, खेती दे जिहड़े विद्वान लोग ने, जिहड़े पढ़े लिखे लोग ने, ਉਹ ਇਹਦੇ ਵਿੱਚ ਆਪਾਂ ਨੂੰ ਲਰਨ ਕਰਨ ਕਿ ਆਪਾਂ ਆਰਗੈਨਿਕ ਫਾਰਮਿੰਗ ਵੱਲ ਜਾਈਏ। ਆਪਾਂ ਸਰਕਾਰਾਂ ਦੇ ਉੱਤੇ ਡਿਪੈਂਡ ਨਾ ਕਰੀਏ ਕਿ ਆਪਣੀ ਫਸਲ ਜਿਹੜੀ ਹੈਗੀ ਇਹ ਚੱਕਣ, ਆਪਾਂ ਬਲਕਿ ਆਪਣੇ ਕੁਛ ਇਹੋ ਜਿਹੇ ਰਿਸੋਰਸਿਸ ਬਣਾਈਏ। ਆਪਾਂ ਆਪਣੇ, ਜਿਵੇਂ ਕਿਸੇ ਕੋਲ 5 ਬਿੱਗੇ ਜ਼ਮੀਨ ਹੈ ਤਾਂ 5 ਬਿੱਗੇ 'ਚੋਂ 1 ਬਿੱਗਾ ਜ਼ਮੀਨ ਜਗ੍ਹਾ ਉਹਦੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਜਿੱਥੇ ਉਹ ਆਪਣੀ ਚੀਜ਼ ਉਗਾ ਕੇ ਆਪ ਹੀ ਸਟੋਰ ਕਰ ਸਕੇ। ਉਹਦੇ ਨਾਲ ਉਹ ਆਪਣੇ ਆਪ ਲੋਕਾਂ ਨੂੰ, ਪਿੰਡ ਦੇ ਲੋਕਾਂ ਨੂੰ ਉੱਥੋਂ ਨੌਕਰੀ ਵੀ ਮਿਲੂਗੀ, ਉਹਦੀ ਸੰਭਾਲ ਵੀ ਆਊਗੀ, ਸਾਰਾ ਪਰਿਵਾਰ ਇਨਵੋਲਵ ਹੋਊਗਾ। ਆਪਣੇ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਸੈਂਟਰਸ ਦੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਮੋਨੋਪਲੀ ਬਣ ਚੁੱਕੀ ਹੈ, ਜਿਹੜੇ ਕਿ ਆਪਣੇ ਪੰਜਾਬ ਦੇ ਲੋਕ ਆਲਰੇਡੀ ਜ਼ਮੀਨਾਂ, ਅੰਬਾਨੀ ਅੰਡਾਨੀ ਆਪਣੀ ਜ਼ਮੀਨ ਕੀ ਲੈਣਗੇ। ਆਪਾਂ ਤਾਂ ਆਲਰੇਡੀ ਆਪਣੀ ਜ਼ਮੀਨਾਂ ਨੂੰ ਵੇਚ ਚੁੱਕੇ ਹਾਂ ਅਤੇ ਵੇਚ ਰਹੇ ਹਾਂ ਤੇਜ਼ੀ ਨਾਲ, ਅਤੇ ਆਪਣੇ ਬੱਚਿਆਂ ਨੂੰ ਬ੍ਰੇਨ ਡਰੇਨ ਕਰ ਰਹੇ ਹਾਂ ਕਿ ਆਪਾਂ ਆਪਣੇ ਦੇਸ਼ ਲਈ, ਆਪਣੇ ਪੰਜਾਬ ਲਈ ਕੁਛ ਕਰੀਏ ਨਾ ਕਰੀਏ। ਆਪਾਂ ਬਾਹਰ ਚਲੇ ਜਾਂਦੇ ਹਾਂ, ਉੱਥੇ ਦੀ ਲੇਬਰ ਬਣ ਰਹੇ ਹਾਂ, ਬਜਾਏ ਕਿ ਆਪਾਂ ਆਪਣੀ ਪੰਜਾਬ ਦੀ ਲੇਬਰ ਆਪਣੀ ਜਾ ਰਹੀ ਹੈ, ਉਹਨਾਂ ਲਈ ਆਪਾਂ ਨੂੰ ਮਿੰਨਤਾਂ ਤਰਲੇ ਕਰਕੇ ਬਾਹਰੋਂ ਸਟੇਟਾਂ ਤੋਂ ਆਪਾਂ ਨੂੰ ਲੋਕ ਲੈ ਕੇ ਆਉਣੇ ਪੈਂਦੇ ਨੇ ਆਪਣੀ ਖੇਤੀ ਵਾਸਤੇ। ਕਿੱਥੇ ਇੱਕ ਪਰਿਵਾਰ ਇਕੱਠਾ ਹੋ ਕੇ ਸਾਰੇ ਹੀ ਖੇਤੀ ਕਰਨ, ਅਤੇ ਬੱਚੇ ਨੇ ਜਿਹੜੇ ਅੱਜ ਦੀ ਪਨੀਰੀ ਉਹ ਪੜ੍ਹ ਲਿਖ ਕੇ ਖੇਤੀ ਕਰੇ, BSc MSc ਐਗਰੀਕਲਚਰ ਕਰੋ, PhD ਇਨ ਐਗਰੀਕਲਚਰ ਕਰੋ, ਅਤੇ ਉਹ ਲੋਕ ਉੱਥੋਂ ਦਾ ਗਿਆਨ ਲੈ ਕੇ, ਮੈਂ ਹਮੇਸ਼ਾ ਜਿਹੜੇ ਮੇਰੇ ਕੋਲ ਵੀ ਬੱਚੇ ਆਉਂਦੇ ਨੇ ਗਾਈਡਲਾਈਨ ਨੂੰ ਲੈਣ ਵਾਸਤੇ ਕਿ ਅਸੀਂ ਕੀ ਕਰੀਏ, ਤਾਂ ਮੈਂ ਉਹਨਾਂ ਨੂੰ ਗਾਈਡਲਾਈਨ ਦਿੰਦਾ ਕਿ ਬੱਚੋ ਤੁਸੀਂ ਜੇ ਖੇਤੀ ਪਰਿਵਾਰਿਕ ਕੰਮ ਹੈ ਤਾਂ ਉਹਨੂੰ ਜ਼ਰੂਰ ਅੱਗੇ ਵਧਾਓ, ਉਹਨੂੰ ਨਾ ਚਾਹੇ ਛੱਡੋ, ਲੇਕਿਨ ਨਾਲ ਨਾਲ ਪੜ੍ਹਾਈ ਕਰੋ। ਕਿਉਂਕਿ ਕੁਛ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਹੀ ਨਹੀਂ ਰਿਹਾ ਹੋਇਆ। ਕਿਸ ਮਰਜ਼ੀ ਬੱਚੇ ਨੂੰ ਮੈਂ ਪੁੱਛ ਲਵਾਂ, ਬੱਚਾ ਕਹਿੰਦਾ, ਕੁੜੀ ਹੋਵੇ ਚਾਹੇ ਮੁੰਡਾ, ਉਹ ਕਹਿੰਦਾ ਕਿ ਜੀ ਮੈਂ ਤਾਂ IELTS ਕਰਕੇ ਬਾਹਰ ਜਾਣਾ +2 ਤੋਂ ਬਾਅਦ। ਤਾਂ ਜ਼ਰੂਰ ਜਾਓ, ਗਰੋਥ ਨੂੰ ਰੋਕਣ ਨੂੰ ਨਹੀਂ ਅਸੀਂ ਕਹਿੰਦੇ, ਜ਼ਰੂਰ ਵਧੋ, ਅੱਗੇ ਵਧੋ ਬੱਚਿਓ, ਲੇਕਿਨ ਆਪਣਾ ਸਾਰਾ ਪੈਸਾ, ਆਪਣੀ ਇਕੋਨਮੀ, ਆਪਣਾ ਹੀ ਲੈਂਡ, ਤੁਸੀਂ ਕਦੇ ਡਾਟੇਜ਼ ਦੇਖਿਓ, ਇਮੀਗ੍ਰੇਸ਼ਨ ਨੂੰ ਦੇ ਸੈਂਟਰਸ ਦੇ ਵਿੱਚ ਜਾਓ, ਉੱਥੇ ਜਾ ਕੇ ਰੀਡ ਆਊਟ ਕਰੋ, ਇਹਨਾਂ ਗੂਗਲ ਕਰੋ ਇਸ ਚੀਜ਼ ਨੂੰ, ਤੁਹਾਨੂੰ ਪਤਾ ਲੱਗੂਗਾ ਇਸ ਵਕਤ ਕੈਨੇਡਾ ਜਿਹੇ ਜਿਹੇ ਕੰਟਰੀ ਜਿਹੜੇ ਕਿ ਆਪਣਾ ਸਮਰਥਨ ਕਰ ਰਹੇ, ਉਹਨਾਂ ਦੇ ਪਿੱਛੇ ਵੀ ਰਾਜ ਆ। ਉਹ ਇਸ ਕਰਕੇ ਸਮਰਥਨ ਕਰਦੇ ਹੈ ਕਿ ਵੀ ਸਾਨੂੰ ਪੈਸਾ ਮਿਲ ਰਿਹਾ, ਕੁੱਲ ਮਿਲਾ ਕੇ ਸਾਡੀ ਲੇਬਰ ਉੱਥੇ ਚਲੀ ਗਈ, ਅਸੀਂ ਸਸਤੀ ਲੇਬਰ ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਦੇ ਕੰਟਰੀਜ਼ ਨੂੰ ਡਿਵੈਲਪ ਕਰ ਰਹੇ ਹਾਂ। ਇਹੀ ਹਾਲ ਆਸਟ੍ਰੇਲੀਆ ਦਾ ਦੇਖੋ ਕਿ ਆਸਟ੍ਰੇਲੀਆ ਦੇ ਵਿੱਚ ਆਮ ਲੋਕ ਤਾਂ ਹੈ ਨਹੀਂ, ਗੋਰੇ ਇੰਨੇ ਮਿਹਨਤੀ ਨਹੀਂ ਹੁੰਦੇ ਜਿੰਨੇ ਆਪਾਂ ਪੰਜਾਬੀ ਲੋਕ ਮਿਹਨਤੀ ਹਾਂ। ਇਸ ਕਰਕੇ ਇਹ ਸਾਰੀ ਮਿਹਨਤ ਆਪਾਂ ਨੂੰ ਆਪਣੇ ਦੇਸ਼ ਵਾਸਤੇ, ਆਪਣੇ ਪੰਜਾਬ ਵਾਸਤੇ ਪਹਿਲਾਂ ਕਰਨੀ ਚਾਹੀਦੀ ਹੈ। ਜੇ ਆਪਾਂ ਇੱਥੇ ਆਪਾਂ ਸ਼ਰਮ ਨਾ ਮੰਨੀਏ ਕਿ ਅਸੀਂ ਖੇਤ ਜਾਣਾ, ਜਾਂ ਅਸੀਂ ਸ਼ਰਮ ਨਾ ਮੰਨੀਏ ਕਿ ਸਾਨੂੰ ਇੱਥੇ ਮੈਕਡੋਨਲਡਸ 'ਚ ਕੰਮ ਕਰਨਾ ਪਊ, ਉੱਥੇ ਬੱਚੇ ਪੜ੍ਹਦੇ ਵੀ ਹੈ ਅਤੇ ਸ਼ਿਫਟ 'ਚ ਕੰਮ ਵੀ ਕਰਦੇ ਆ, ਪਰ ਇੱਥੇ ਸਾਡੇ ਮਾਂ ਬਾਪ ਨੂੰ ਇਹ ਸਮਝਣਾ ਚਾਹੀਦਾ ਕਿ ਇੱਥੇ ਰਹਿ ਕੇ ਆਪਣੇ ਬੱਚਿਆਂ ਨੂੰ ਜੋਬ ਵੀ ਕਰਨ ਦੇਵੋ, ਕੁੜੀਆਂ ਨੂੰ ਸੇਮ ਫਰੀਡਮ ਦੇਵੋ ਜਿਹੜੀਆਂ ਕਿ ਕੁੜੀਆਂ ਬਾਹਰ ਜਾ ਕੇ ਲੈਣੀਆਂ ਚਾਹੁੰਦੀਆਂ, ਚਾਹੇ ਉਹ ਜੋ ਮਰਜ਼ੀ ਪਾਉਣਾ, ਚਾਹੇ ਉਹ ਖਾਣਾ, ਚਾਹੇ ਕੁਛ ਵੀ ਹੈ। ਤਾਂ ਉਹ ਜੇ ਆਪਾਂ ਆਪਣੇ ਬੱਚਿਆਂ ਨੂੰ ਫਰੀਡਮ ਦੇਵਾਂਗੇ, ਆਪਣੇ ਨਜ਼ਰਾਂ ਦੇ ਸਾਹਮਣੇ ਦੇਵਾਂਗੇ, ਤਾਂ ਮੇਰੇ ਖਿਆਲ ਤੋਂ ਆਪਣੇ ਬੱਚੇ ਆਪਾਂ ਨੂੰ ਕਦੇ ਵੀ ਛੱਡ ਕੇ ਪੰਜਾਬ ਤੋਂ ਨਹੀਂ ਜਾਣਗੇ। ਬਹੁਤ ਸਾਰੇ ਕੇਸ ਮੈਂ ਰੋਜ਼ ਡੀਲ ਕਰਦਾ ਜਿਨ੍ਹਾਂ ਦੇ ਬੱਚੇ ਬਾਹਰ ਬੈਠੇ ਹੈ, ਮੈਨੂੰ ਉਹਨਾਂ ਦੇ ਫ਼ੋਨ ਆਉਂਦੇ ਨੇ ਕਿ ਸਰ ਪੇਰੈਂਟਸ ਨੇ ਜਿਹੜੇ ਉਹ ਘਰੇ ਬਿਮਾਰ ਨੇ, ਤੁਸੀਂ ਉਹਨਾਂ ਨੂੰ ਘਰੇ ਜਾ ਕੇ ਦੇਖ ਆਓ, ਉਹਨਾਂ ਕੋਲ ਦਵਾਈ ਪਹੁੰਚਦੀ ਕਰ ਦਿਓ। ਅਤੇ ਇਸ ਕਰਕੇ ਉਹਨਾਂ ਦੇ ਜਿਹੜੇ ਅਸਲੀ ਹਾਲਾਤ ਨੇ ਬਾਹਰ ਭੇਜਣ ਤੋਂ ਬਾਅਦ, ਜਿਹੜੇ ਪਿੱਛੋਂ ਮਾਂ ਬਾਪ ਇਕੱਲੇ ਰਹਿ ਜਾਂਦੇ ਨੇ, ਅਤੇ ਉਹਨਾਂ ਦੀ ਬੜੀ ਫਿਕਰ ਚਿੰਤਾ ਹੁੰਦੀ ਹੈ। ਤਾਂ ਇਸ ਕਰਕੇ ਹਰ ਇੱਕ ਚੀਜ਼, ਅੱਜ ਇੱਕ ਚੀਜ਼ ਨਾ ਸੋਚੋ, ਅੱਜ ਮਾਮਲਾ ਭਖਿਆ ਹੋਇਆ ਸਾਰਾ ਯੂਥ ਸਟੇਜ ਦੇ ਉੱਤੇ ਹੈ। ਤਾਂ ਮੈਂ ਚਾਹੁੰਦਾ ਕਿ ਇਹ ਵੀਡੀਓ ਜੋ ਮੈਂ ਗੱਲਾਂ ਕਹਿ ਰਿਹਾ, ਤਾਂ ਜਿਹੜੇ ਮੇਰੇ ਕਿਸਾਨ ਵੀਰ ਮੇਰੇ ਥਰੂ ਫੇਸਬੁੱਕ 'ਤੇ ਮੇਰੇ ਨਾਲ ਜੁੜੇ ਹੋਏ ਨੇ, ਜਿਹੜੇ ਉੱਥੇ ਧਰਨਿਆਂ 'ਤੇ ਆਲਰੇਡੀ ਬੈਠੇ ਵੀ ਨੇ, ਮੇਰੇ ਫਰੈਂਡਸ ਵੀ ਬੈਠੇ ਨੇ ਕਈ, ਜਾਂ ਹੋਰ ਜਾਣ ਦੀ ਵੀ ਸੋਚਦੇ ਆ, ਮੈਂ ਚਾਹੁੰਦਾ ਉੱਥੇ ਜਾ ਕੇ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ, ਇਹੋ ਜਿਹੀ ਨੌਲੇਜ ਸ਼ੇਅਰ ਕਰੋ ਕਿ ਉੱਥੇ ਜਾ ਕੇ ਤੁਹਾਨੂੰ ਲੱਗੇ ਕਿ ਅਸੀਂ ਇੱਥੇ ਕੋਈ ਇਕੱਲੇ ਲੰਗਰ ਜਾਂ ਇਕੱਲੀ ਲੰਗਰ ਦੀ ਸੇਵਾ ਨਹੀਂ ਅਸੀਂ ਕਰਨੀ, ਅਸੀਂ ਗਿਆਨ ਦੀ ਸੇਵਾ ਕਰਨੀ ਹੈ, ਗਿਆਨ ਦੀ ਸੇਵਾ ਜਿਹੜੀ ਕਿ ਸਭ ਤੋਂ ਉੱਤਮ ਸੇਵਾ ਹੈ। ਅਤੇ ਬਾਬਾ ਨਾਨਕ ਨੇ ਜੇ ਸਾਨੂੰ ਗਿਆਨ ਦਿੱਤਾ, ਗਿਆਨ ਵੰਡਿਆ, ਤਾਂ ਅਸੀਂ ਅੱਜ ਉਹਨਾਂ ਦੇ ਕਹੇ ਚੀਜ਼ਾਂ 'ਤੇ ਚੱਲ ਰਹੇ ਹਾਂ ਅਤੇ ਖੇਤੀ ਕੀਤੀ ਵੀ ਹੈ। ਤਾਂ ਅੱਜ ਸਾਨੂੰ ਦੁਬਾਰਾ ਰੀਫਰੈਸ਼ ਸਾਇੰਟੀਫਿਕ ਗਿਆਨ ਦੀ ਹੋਰ ਲੋੜ ਹੈ, ਜਿਹਦੇ ਵਿੱਚ ਅਸੀਂ, ਕਿਉਂਕਿ ਅੱਜ ਸਾਡੇ 'ਚ ਯੂਨਿਟੀ ਹੈ, ਠੀਕ ਹੈ, ਤਾਂ ਆਪਾਂ ਨੇ ਆਪਣੀ ਜਿਹੜੀ ਖੇਤੀ ਹੈ ਉਹਨੂੰ ਸੰਭਾਲਣਾ, ਆਪਣੇ ਬੱਚਿਆਂ 'ਚ ਉਸ ਖੇਤੀ ਨੂੰ। ਕੱਲ੍ਹ ਦੀ ਵੀਡੀਓ ਮੈਂ ਦੇਖ ਰਿਹਾ ਸੀ, ਮੇਰੇ ਫਰੈਂਡ ਨੇ ਸੰਗਾਲੇ ਪਿੰਡ ਤੋਂ, ਉਹਨਾਂ ਦਾ ਬੇਟਾ ਸੀ, ਉਹ ਕੀ ਕਹਿੰਦੇ ਨੇ, ਟੋਕਾ ਕਰ ਰਿਹਾ ਸੀ, ਅਤੇ ਉਹ ਮੇਰੇ ਕੋਲ ਦਵਾਈ ਲੈਣ ਵੀ ਆਉਂਦੇ ਨੇ, ਅਤੇ ਮੈਨੂੰ ਇੰਨੀ ਖੁਸ਼ੀ ਹੋਈ ਵੀਡੀਓ ਨੂੰ ਦੇਖ ਕੇ ਕਿ ਸ਼ੁਕਰ ਹੋਇਆ, ਮੈਂ ਕਿਹਾ ਪਰਮਾਤਮਾ ਕਿ ਅੱਜ ਉਹ ਦਿਨ ਆਇਆ ਕਿ ਸਾਰੇ ਜਾਣੇ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਜਵਾਨ ਤੋਂ ਲੈ ਕੇ ਸਾਰੇ ਜਾਣੇ ਖੇਤੀ ਨੂੰ ਪਿਆਰ ਕਰ ਰਹੇ ਹੈ, ਖੇਤੀ ਦੀ ਇੰਪੋਰਟੈਂਸ ਨੂੰ ਸਮਝ ਰਹੇ ਹੈ ਬੇਸਿਕਲੀ। ਤਾਂ ਖੇਤੀ ਦੀ ਇੰਪੋਰਟੈਂਸ ਨੂੰ ਸਮਝਣਾ ਬਹੁਤ ਹੀ ਇੰਪੋਰਟੈਂਟ ਹੈ ਆਪਣੇ ਦੇਸ਼ ਵਾਸਤੇ, ਆਪਣੇ ਵਾਸਤੇ। ਆਪਾਂ ਕਹਿੰਦੇ, ਕਿਸੇ ਸਿਆਣੇ ਨੇ ਕਿਹਾ ਵੀ ਸੋਨੇ ਦਾ ਭਾਅ ਜ਼ਿਆਦਾ ਹੈ ਕਿ ਅਨਾਜ ਦਾ,
ਤਾਂ ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹ ਕਦੇ ਸੋਨੇ ਦੇ ਭਾਅ ਨੂੰ ਜ਼ਿਆਦਾ ਨਹੀਂ ਕਹਿੰਦੇ, ਉਹ ਕਹਿੰਦੇ ਨੇ ਕਿ ਅਨਾਜ ਦਾ, ਧਾਨ ਦਾ। ਕਿਉਂ? ਕਿਉਂਕਿ ਇਹ ਸਾਡਾ ਪੇਟ ਭਰਦਾ, ਇਹ ਕਈ ਲੋਕਾਂ ਦੀ ਜਾਨ ਬਚਾਉਂਦਾ, ਉਹਨਾਂ 'ਚ ਜਾਨ ਬਖਸ਼ਦਾ। ਤਾਂ ਇਸ ਕਰਕੇ ਇਹਦੀ ਬਹੁਤ ਵੱਡੀ ਇੰਪੋਰਟੈਂਸ ਹੈ। ਅਤੇ ਵਰਕ ਇਜ਼ ਵਰਸ਼ਿਪ, ਜਿਵੇਂ ਕਿ ਡਾਕਟਰ ਦਾ ਫਰਜ਼ ਹੈ ਉਸ ਚੇਅਰ ਦੇ ਉੱਤੇ ਬੈਠ ਕੇ ਆਪਣੇ ਆਪ ਨੂੰ ਹਮੇਸ਼ਾ ਸਹੀ ਰੱਖ ਕੇ ਕੰਮ ਕਰਨ ਦਾ, ਇਸੇ ਤਰ੍ਹਾਂ ਹਰ ਇੱਕ ਪ੍ਰੋਫੈਸ਼ਨ ਦਾ, ਕਿਸਾਨੀ ਦਾ ਵੀ ਇਹ ਫਰਜ਼ ਹੈ ਕਿ ਜੋ ਕੁਛ ਵੀ ਉਹ ਲੋਕਾਂ ਨੂੰ ਉਗਾ ਕੇ ਖਵਾਵੇ ਉਹ ਔਰਗੈਨਿਕ ਹੋਵੇ, ਉਹ ਪਿਓਰ ਹੋਵੇ, ਉਹਦੇ ਵਿੱਚ ਫਰਟੀਲਾਈਜ਼ਰ ਨਾ ਯੂਜ਼ ਹੋਣ, ਉਹਦੇ ਵਿੱਚ ਮੈਨਿਓਰਸ ਯੂਜ਼ ਹੋਣ। ਤੁਹਾਨੂੰ ਪਤਾ ਹੈ ਕਿ ਰੋਜ਼ ਆਪਣੇ ਪੰਜਾਬ ਦੇ ਵਿੱਚ ਮੇਰੇ ਕੋਲ ਕਿੰਨੇ ਸਾਰੇ ਕੇਸਿਸ, ਮੇਰੇ ਕੋਲ ਨਹੀਂ ਕਿੰਨੀ ਡਾਕਟਰਸ ਕੋਲ ਵੀਟ ਐਲਰਜੀ ਦੇ ਕੇਸਿਸ ਆ ਰਹੇ ਹਨ। ਉਹ ਵੀਟ ਐਲਰਜੀ ਦੇ ਕੇਸਿਸ ਇਸ ਕਰਕੇ ਆ ਰਹੇ ਹਨ ਕਿਉਂਕਿ ਸਾਡੀ ਜਿਹੜੀ ਕਣਕ ਹੈ ਗੋਦਾਮਾਂ 'ਚ ਪਈ ਸੜ ਜਾਂਦੀ ਹੈ, ਉਸ ਤੋਂ ਬਾਅਦ ਕੰਪਨੀ ਉਹਨੂੰ ਚੱਕਦੀ ਹੈ, ਉਹਦੇ 'ਤੇ ਫੰਗਸ ਲੱਗੀ ਹੁੰਦੀ ਹੈ ਬਲੈਕ ਕਲਰ ਦੀ, ਜਿਹਨੂੰ ਪੋਲਿਸ਼ ਹੋ ਕੇ ਆਪਾਂ ਆਟਾ ਪਹਾ ਲੈਂਦੇ ਹਾਂ। ਆਟਾ ਪਿਹਾ ਕੇ ਆਪਾਂ ਜਦੋਂ ਕਣਕ ਨੂੰ ਖਾਣਾ ਸ਼ੁਰੂ ਕਰਦੇ ਹਾਂ ਤਾਂ ਆਪਾਂ ਨੂੰ ਵੀਟ ਐਲਰਜੀ ਦੇ ਜਿਹੜੇ ਕੇਸਿਸ ਨੇ ਉਹ ਵੱਧ ਜਾਂਦੇ ਨੇ। ਉਸ ਤੋਂ ਬਾਅਦ ਸਾਡੇ ਪੰਜਾਬ ਦੀ ਦੂਸਰੀ ਸਮੱਸਿਆ ਸਿਹਤ ਸੰਬੰਧਿਤ ਉਹ ਹੈਗੀ ਹੈ ਕਾਲਾ ਪੀਲੀਆ, HCV। ਕੈਂਸਰ ਹੌਸਪੀਟਲ ਅਸੀਂ ਬਣਾਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬੜੇ ਬੜੇ ਹੌਸਪੀਟਲ ਅਸੀਂ ਬਠਿੰਡੇ ਏਮਜ਼ ਲੈ ਕੇ ਆਉਣ ਦੀ ਗੱਲ ਕਰਦੇ ਹਾਂ, ਪਰ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਵੀ ਅਸੀਂ ਬਿਮਾਰ ਹੀ ਨਾ ਹੋਈਏ। ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਕਿ ਜਦੋਂ ਕੋਈ ਪਰਸਨ ਆਪਣੀ ਬਿਮਾਰੀ ਲੈ ਕੇ ਆਉਂਦਾ, ਅਤੇ ਨੋ ਡਾਊਟ ਸਾਡਾ ਕੰਮ ਹੈ, ਪੇਸ਼ਾ ਹੈ ਕਿ ਅਸੀਂ ਉਸ ਬਿਮਾਰੀ ਨੂੰ ਡੀਲ ਕਰਨਾ ਅਤੇ ਠੀਕ ਕਰਨਾ ਹੈ। ਪਰ ਕਹਿੰਦੇ ਆ ਕਿ ਅਸਲੀ ਡਾਕਟਰ ਉਹ ਨਹੀਂ ਕਿ ਜਿਹੜਾ ਦਵਾਈਆਂ ਲਿਖ ਕੇ ਦੇਵੇ, ਅਸਲੀ ਡਾਕਟਰ ਉਹ ਹੁੰਦਾ ਕਿ ਉਹ ਬਿਮਾਰੀ ਆਣ ਹੀ ਨਾ ਦੇਵੇ। ਜੇ ਅਸੀਂ ਉਸ ਬਿਮਾਰੀ ਨੂੰ ਆਣ ਹੀ ਨਹੀਂ ਦੇਵਾਂਗੇ ਤਾਂ ਮੇਰੇ ਖਿਆਲ ਤੋਂ ਸਮਾਜ ਜਿਹੜਾ ਹੈ ਤੰਦਰੁਸਤ ਹੋਊਗਾ। ਸਾਡੀ ਸਰਕਾਰਾਂ ਨੇ ਸ਼ੁਰੂ ਤੋਂ ਪਾਲਿਸੀਆਂ ਇਹੋ ਜਿਹੀਆਂ ਬਣਾਈਆਂ ਕਿ ਅਸੀਂ ਖੋਖਲੇ ਹੋ ਗਏ, ਸਾਡੀ ਸਿਹਤ ਖੋਖਲੀ ਹੋ ਗਈ। ਤੁਸੀਂ ਆਪ ਸੋਚੋ, ਜੇ ਆਪਣੀ ਸਿਰ ਦੁਖਦਾ ਹੋਵੇ, ਆਪਣੇ ਕੋਲ ਕੋਈ ਪਾਰਟੀ ਹੈ, ਕੁਛ ਵੀ ਹੈ, ਕੋਈ ਚੰਗੀ ਗੱਲ ਕਰ ਰਿਹਾ, ਕੀ ਆਪਾਂ ਨੂੰ ਸੁਣਨ ਦਾ ਮਨ ਕਰੂਗਾ? ਨਹੀਂ। ਇਸ ਕਰਕੇ ਸਭ ਤੋਂ ਵੱਡੀ ਇੰਪੋਰਟੈਂਸ ਜ਼ਿੰਦਗੀ ਜੇ ਕਿਸੇ ਚੀਜ਼ ਦੀ ਹੈ ਉਹ ਸਿਹਤ ਦੀ ਹੈ। ਤਾਂ ਸਿਹਤ ਨੂੰ ਆਪਾਂ ਨੇ ਮੁੱਖ ਰੱਖਦੇ ਹੋਏ ਫਿਜ਼ੀਕਲ ਵਰਕ ਕਰੋ, ਖੇਤਾਂ 'ਚ ਆਪਣੇ ਆਪ ਕੰਮ ਕਰੋ, ਇਹਦੇ ਨਾਲ ਆਪਣੀ ਐਗਰੀਕਲਚਰ ਦੀ ਇਕੋਨਮੀ ਸੁਧਰੂਗੀ। ਹੁਣ ਜੇ ਆਪਾਂ ਦੇਖੋ ਆਪਣੇ ਕੋਲ ਚਾਵਲ ਅਤੇ ਕਣਕ ਸਰਪਲਸ ਹੈ ਇੰਡੀਆ ਦੇ ਵਿੱਚ, ਆਪਾਂ ਉਹਦੀ ਨਾ ਐਕਸਪੋਰਟ ਕਰ ਪਾ ਰਹੇ ਹਾਂ ਨਾ ਕੁਛ ਹੋਰ ਕਰ ਪਾ ਰਹੇ ਹਾਂ। ਉਹ ਪ੍ਰੋਡਕਟਸ ਲੱਭੋ ਖੇਤੀ ਦੇ ਵਿੱਚ ਜਿਹੜੇ ਕਿ ਆਲਰੇਡੀ ਆਪਾਂ ਨੂੰ ਇੰਡੀਆ ਤੋਂ ਬਾਹਰੋਂ ਮੰਗਵਾਉਣੇ ਪੈ ਰਹੇ ਨੇ। ਤਾਂ ਜਦੋਂ ਤੁਸੀਂ ਉਹਦੀ ਲਿਸਟ ਕਰੋਗੇ, ਗੂਗਲ ਕਰੋਗੇ, ਤੁਹਾਨੂੰ ਇੰਨੇ ਸਾਰੇ ਆਇਲਸ ਮਿਲਣਗੇ, ਇੰਨੀਆਂ ਸਾਰੀਆਂ ਚੀਜ਼ਾਂ ਮਿਲਣਗੀਆਂ ਕਿ ਇਥੇਨੋਲ ਤੱਕ ਆਪਾਂ ਖੇਤ 'ਚੋਂ ਕੱਢ ਸਕਦੇ ਹਾਂ, ਬਿਜਲੀ ਤੱਕ ਆਪਾਂ ਆਪਣੇ ਖੇਤਾਂ 'ਚੋਂ ਬਣਾ ਸਕਦੇ ਹਾਂ, ਕਿਸਾਨ ਬਣਾ ਸਕਦਾ, ਅੰਬਾਨੀ ਅੰਡਾਨੀ ਨਹੀਂ ਬਣਾ ਸਕਦੇ। ਰॉ ਮਟੀਰੀਅਲ ਤਾਂ ਆਪਾਂ ਦੇ ਰਹੇ ਹਾਂ ਅੰਬਾਨੀ ਅੰਡਾਨੀ ਨੂੰ, ਉਹ ਕੀ ਬਣਾਉਣਗੇ? ਉਹਨਾਂ ਕੋਲ ਤਾਂ ਲੇਬਰ ਹੀ ਆਪਣੇ ਜਿਹੇ ਜਿਹੇ ਲੋਕ ਕੰਮ ਕਰ ਰਹੇ ਹੈ। ਤਾਂ ਆਪਾਂ ਉਹਨਾਂ ਦੀ ਲੇਬਰ ਬਣਨ ਦੀ ਬਜਾਏ ਆਪਾਂ ਬਲਕਿ ਆਪਣੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਦੇਵੋ। ਆਪਾਂ ਸਰਕਾਰ ਤੋਂ ਕੋਲੋਂ ਰੋਜ਼ਗਾਰ ਕਿਉਂ ਮੰਗਦੇ ਹਾਂ? ਅਸਲੀ ਬੰਦਾ ਉਹ ਹੁੰਦਾ ਹੈ ਜਿਹੜਾ ਪੜ੍ਹ ਲਿਖ ਕੇ ਦੂਜਿਆਂ ਨੂੰ ਰੋਜ਼ਗਾਰ, ਦੂਜਿਆਂ ਲਈ ਰੋਜ਼ਗਾਰ ਦੀ ਚੀਜ਼ ਪੈਦਾ ਕਰੇ, ਨਾ ਕਿ ਆਪ ਦਰ ਨੌਕਰੀਆਂ ਲਈ ਪਿੱਛੇ ਫਿਰਦਾ ਫਿਰੇ ਇਹਨਾਂ ਲੋਕਾਂ ਦੇ, ਚਾਹੇ ਉਹ ਪ੍ਰਾਈਵੇਟ ਸੈਕਟਰ ਹੈ ਚਾਹੇ ਉਹ ਸਰਕਾਰੀ ਸੈਕਟਰ ਹੈ। ਤਾਂ ਕੁਛ ਇਹੋ ਜਿਹਾ ਬਣੇ ਯੂਥ, ਬੱਚਿਓ ਇਹੋ ਜਿਹਾ ਪੜ੍ਹੋ, ਇਸ ਤਰੀਕੇ ਨਾਲ ਪੜ੍ਹੋ ਕਿ ਇਕੱਲੀਆਂ ਕਿਤਾਬਾਂ ਕਾਲੀਆਂ ਨਹੀਂ ਕਰਨੀਆਂ, ਇਕੱਲੀਆਂ ਆਪਾਂ ਨੋਟਸ ਨਹੀਂ ਬਣਾਉਣੇ ਹੁੰਦੇ। ਤਾਂ ਐਜੂਕੇਸ਼ਨ ਸਕੂਲਾਂ ਦੇ ਵਿੱਚ ਲੈਣ ਦਾ ਮਤਲਬ ਹੈ ਕਿ ਆਪਾਂ ਕਲਚਰ ਨੂੰ ਆਪਾਂ ਐਕਸਚੇਂਜ ਕਰਦੇ ਹਾਂ, ਲੈਂਗੁਏਜ ਨੂੰ, ਫੀਲਿੰਗਸ ਨੂੰ ਐਕਸਚੇਂਜ ਕਰਦੇ ਹਾਂ, ਤਾਂ ਆਪਾਂ ਸਕੂਲ ਜਾਂਦੇ ਹਾਂ। ਸਕੂਲ ਪੜ੍ਹਾਈ ਤਾਂ ਆਪਾਂ ਪ੍ਰਾਈਵੇਟ ਘਰੇ ਬੈਠ ਕੇ ਵੀ 10ਵੀਂ 12ਵੀਂ ਦੇ ਪੇਪਰ ਦੇ ਸਕਦੇ ਹਾਂ। ਤਾਂ ਇਸ ਕਰਕੇ 10ਵੀਂ 12ਵੀਂ ਦੇ ਪੇਪਰਾਂ ਤੱਕ ਸੀਮਿਤ ਨਾ ਰਹੋ, ਨੰਬਰਾਂ ਦੀ ਗੇਮ ਨਾ ਖੇਡੋ। ਨੰਬਰਾਂ ਦੀ ਗੇਮ ਕਰਕੇ ਹੀ ਅੱਜ ਆਪਾਂ ਪਿੱਛੇ ਹਾਂ। ਮੈਂ ਆਪਣੀ ਲਾਈਫ ਦੇ ਵਿੱਚ ਕਦੇ, ਅੱਜ ਮੈਂ ਸੋਸ਼ਲ ਮੀਡੀਆ 'ਤੇ ਇਹ ਚੀਜ਼ ਕਹਿੰਦਾ ਕਿ ਹਮੇਸ਼ਾ ਜ਼ਿੰਦਗੀ ਤੋਂ ਸਿੱਖਿਆ ਮੇਰੇ ਫਾਦਰ ਨੇ, ਮੇਰੇ ਮਦਰ ਨੇ ਸਿਰਫ ਮੈਨੂੰ ਨੇਚਰ ਨਾਲ ਜੋੜਿਆ ਕਿਸੇ ਵੀ ਹਾਲ 'ਚ। ਅੱਜ ਵੀ ਮੇਰੇ ਖਿਆਲ ਤੋਂ ਮੇਰੇ ਫਾਦਰ ਡਾਕਟਰ ਸਤੀਸ਼ ਕਪੂਰ, ਉਹ ਕਦੇ ਵੀ ਹਜੇ ਵੀ ਉਹ ਗਰਮੀਆਂ 'ਚ ਵੀ ਪੱਖਾ ਨਹੀਂ ਚਲਾਉਂਦੇ ਅਤੇ ਨਾ AC ਦਾ ਯੂਜ਼ ਕਰਦੇ ਆ। ਦਾਲ ਸਾਡੇ ਘਰੇ ਹਜੇ ਵੀ ਹਾਂਡੀ 'ਚ ਬਣਦੀ ਹੈ ਅਤੇ ਔਰਗੈਨਿਕ ਫਾਰਮਿੰਗ ਅਸੀਂ ਆਪਣੀ ਘਰ ਦੀ ਕਰਦੇ ਹਾਂ ਅਤੇ ਉਹੀ ਚੀਜ਼ਾਂ ਖਾਂਦੇ ਹਾਂ। ਜ਼ਿਆਦਾ ਤੋਂ ਜ਼ਿਆਦਾ ਮੇਰੀ ਬੇਟੀ ਹੈ ਨਾਥਿਆ, ਉਹ ਵੀ ਫਰੂਟਸ, ਜਦੋਂ ਭੁੱਖ ਲੱਗਦੀ ਹੈ ਫਰੂਟਸ, ਚਨੇ, ਛੋਲੇ, ਡਰਾਈ ਫਰੂਟਸ, ਇਹੋ ਜਿਹੀਆਂ ਚੀਜ਼ਾਂ ਘਰ ਦੇ ਅੰਦਰ ਰੱਖਦੇ ਹਾਂ। ਕਿਤੇ ਗੱਡੀ 'ਚ ਘੁੰਮਣ ਜਾਣਾ ਹੈ ਤਾਂ ਉਦੋਂ ਅਸੀਂ ਕਦੇ ਚਿਪਸ ਦੇ ਪੈਕਟ ਨਹੀਂ ਚੱਕਦੇ, ਉਦੋਂ ਅਸੀਂ ਫਰੂਟ ਦੇ ਲਿਫਾਫੇ ਹੀ ਨਾਲ ਬੰਨ੍ਹਦੇ ਹਾਂ ਤਾਂ ਕਿ ਬੱਚੇ ਨੂੰ ਆਦਤ ਹੀ ਨਾ ਪਵੇ। ਤੁਸੀਂ ਵੀ ਸਾਰੇ ਇਸੇ ਤਰ੍ਹਾਂ ਹੀ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਚੀਜ਼ਾਂ ਸਿਖਾਓ, ਬਹੁਤ ਇੰਪੋਰਟੈਂਟ ਹੈ। ਕਿਉਂਕਿ ਜੇ ਆਪਾਂ ਹਾਰਡ ਵਰਕਿੰਗ ਨਹੀਂ ਰਹਾਂਗੇ, ਜਿਹੜੀ ਸਾਡੀ ਮਿਹਨਤਾਂ ਹੁਣ ਖਤਮ ਹੋ ਚੁੱਕੀਆਂ। ਕਿਉਂਕਿ ਦੇਖੋਗੇ ਤੁਸੀਂ, ਚਾਹੇ ਤੁਹਾਨੂੰ ਗੱਲ ਬੁਰੀ ਲੱਗੇ, ਪਰ ਵੱਡਾ ਕਿਸਾਨ ਨੇ ਤਾਂ ਸਾਰੀਆਂ ਜ਼ਮੀਨਾਂ ਠੇਕੇ 'ਤੇ ਦਿੱਤੀਆਂ ਹੋਈਆਂ ਨੇ। ਉਹ ਆਰਾਮ ਨਾਲ ਬੈਠ ਕੇ ਆਪਣਾ ਪੋਲੀਟਿਕਸ ਕਰਦਾ ਹੈ, ਜਾਂ ਕਹਿ ਲਓ ਉਹ ਲੀਡਰੀਆਂ ਕਰਦਾ ਹੈ, ਲੜਾਈ ਝਗੜੇ ਹੁੰਦੇ ਨੇ, ਜਾਂ ਕਿਸੇ ਨਾ ਕਿਸੇ ਬੈਡ ਹੈਬਿਟ ਪੈ ਜਾਂਦਾ ਕਿਉਂਕਿ ਉਹਨੂੰ ਕੋਈ ਕੰਮ ਨਹੀਂ। ਅਤੇ ਮੈਂ ਤਾਂ ਰੋਜ਼ ਇਸ ਚੀਜ਼ ਨਾਲ ਡੀਲ ਕਰਦਾ ਅਤੇ ਕਿੰਨੇ ਪਰਿਵਾਰ ਪੰਜਾਬ ਦੇ ਵਿੱਚ ਅਲਕੋਹਲ, ਫੀਮ, ਭੁੱਕੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਨਵੋਲਵ ਨੇ ਡਿਊ ਟੂ ਦਿਸ ਰੀਜ਼ਨ ਕਿ ਉਹਨਾਂ ਦੇ ਅੰਦਰ ਮਿਹਨਤ ਖਤਮ ਹੋ ਗਈ। ਫ੍ਰੀ ਟਾਈਮ ਦੇ ਵਿੱਚ ਉਹ ਕਰਨ ਕੀ, ਉਹ ਟਾਈਮ ਕਿਵੇਂ ਸਪੈਂਡ ਕਰਨ? ਤਾਂ ਕੁਆਲਿਟੀ ਟਾਈਮ ਜਿਹੜਾ ਹੈਗਾ ਤੁਸੀਂ ਆਪਣੇ ਖੇਤਾਂ 'ਚ ਬਿਤਾਓ, ਆਪਣੀ ਨੇਚਰ ਦੇ ਨਾਲ ਬਿਤਾਓ। ਚਾਹੇ ਉੱਥੇ ਠੇਕੇ 'ਤੇ ਜ਼ਮੀਨ ਦਿੱਤੀ ਹੋਈ ਆ, ਪਰ ਆਪਣੀ ਮੋਟਰ 'ਤੇ ਗੇੜਾ ਮਾਰੋ,
ਰੱਖੋ, ਉੱਥੇ ਨਹਾਓ, ਆਪਣੇ ਬੱਚਿਆਂ ਨੂੰ ਖੇਤੀਬਾੜੀ ਸਿਖਾਓ। ਪੂਰੀ ਜ਼ਮੀਨ ਠੇਕੇ 'ਤੇ ਦੇਣ ਨਾਲੋਂ ਘੱਟੋ ਘੱਟ ਮੈਂ ਕਹੂੰਗਾ 2 ਬਿੱਘੇ 3 ਬਿੱਘੇ ਜ਼ਮੀਨ ਆਪਣੇ ਪੱਲੇ ਹੀ ਰੱਖੋ, ਅਤੇ ਉਹਨੂੰ ਪੱਲੇ ਰੱਖ ਕੇ ਆਪਣੇ ਬੱਚਿਆਂ ਨੂੰ ਉਹਦੇ ਵਿੱਚ ਖੇਤੀ ਦੀ ਲਰਨਿੰਗ ਕਰਾਓ, ਪ੍ਰੈਕਟੀਕਲ ਲਰਨਿੰਗ, ਅਤੇ ਨਾਲ ਉਹਨਾਂ ਨੂੰ BSc MSc PhD ਐਗਰੀਕਲਚਰ ਤੱਕ ਕਰਾਓ, ਸੋ ਦੈਟ ਇਹ ਚੀਜ਼ਾਂ ਹੋਣ। ਉਸ ਤੋਂ ਬਾਅਦ ਰੋਲ ਆਉਂਦਾ ਹੈ ਸਾਡੇ ਕੀ ਕਹਿੰਦੇ ਨੇ ਡਿਪਾਰਟਮੈਂਟਸ ਦਾ, ਸਰਕਾਰੀ ਡਿਪਾਰਟਮੈਂਟਾਂ ਦਾ, ਈਵਨ ਸਰਪੰਚਾਂ ਦਾ। ਸਰਪੰਚ ਗਾਈਡਲਾਈਨ ਦੇਣ ਆਪਣੇ ਪਿੰਡਾਂ ਦੇ ਅੰਦਰ, ਬਹੁਤ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਗਾਈਡਲਾਈਨ ਦੇਣ ਕਿ ਉਹ ਪਿੰਡਾਂ ਦੇ ਵਿੱਚ ਇੱਕ ਸਿੰਗਲ ਟੈਂਕੀ ਬਣਾਉਣ, ਸਾਰੇ ਪਿੰਡ ਦੇ ਜਿਹੜੇ ਬੋਰ ਨੇ ਉਹ ਬੰਦ ਕਰਨ, ਕਿਉਂਕਿ HCV ਫੈਲ ਰਿਹਾ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ। ਅਤੇ ਜਿਹੜਾ ਡੱਗ ਹੋਲ ਸਿਸਟਮ, ਲੈਟਰਿਨ ਸਿਸਟਮ ਹੈ ਆਪਣਾ, ਠੀਕ ਹੈ, SPM ਜੇ ਅਸੀਂ ਪੜ੍ਹਦੇ ਹਾਂ, ਸਾਨੂੰ ਡਾਕਟਰ ਨੂੰ SPM ਦਾ ਸਬਜੈਕਟ ਪੜ੍ਹਾਇਆ ਜਾਂਦਾ, ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੇ ਟੋਭਾ ਬਣਾਉਣਾ ਹੁੰਦਾ ਸੀ ਪਹਿਲਾਂ ਪਿੰਡਾਂ 'ਚ ਤਾਂ ਪਿੰਡ ਦੇ ਬਾਹਰਲੇ ਪਾਸੇ ਬਣਦਾ ਸੀ, ਪਿੰਡ ਦੇ ਅੰਦਰ ਨਹੀਂ ਬਣਦਾ ਸੀ। ਜਿਹੜਾ ਆਪਾਂ ਪਾਣੀ ਪੋਲਿਊਸ਼ਨ ਕ੍ਰੀਏਟ ਕਰ ਰਹੇ ਹਾਂ ਕਿ ਸਾਡਾ ਜਿਹੜਾ ਪੰਜਾਬ ਦਾ ਨਿਚਲਾ ਪਾਣੀ ਇੱਕ ਤਾਂ ਡੂੰਘਾ ਚਲਾ ਗਿਆ, ਕਿਉਂਕਿ ਅਸੀਂ ਚਾਵਲ ਲਾ ਕੇ ਬਿਲਕੁਲ ਹੀ ਉਹ ਕਰਤਾ। ਦੂਸਰਾ, ਅਸੀਂ ਨਾ ਤਾਂ ਸੋਇਲ ਟੈਸਟ ਕਰਾਉਂਦੇ ਹਾਂ, ਨਾ ਅਸੀਂ ਵਾਟਰ ਟੈਸਟ ਕਰਾਉਂਦੇ ਹਾਂ। ਜੇ ਅਸੀਂ ਸੋਇਲ ਅਤੇ ਵਾਟਰ ਟੈਸਟ ਕਰਾ ਕੇ ਆਪਣੀ ਫਸਲ ਉਗਾਵਾਂਗੇ ਵੀ ਇਸ ਮਿੱਟੀ ਦੇ ਵਿੱਚ ਕਿਹੜੀ ਫਸਲ ਵਧੀਆ ਉੱਗ ਕੇ ਉਹਦੀ ਪ੍ਰੋਡਕਸ਼ਨ ਨੈਚੁਰਲੀ ਔਰਗੈਨਿਕਲੀ ਜ਼ਿਆਦਾ ਹੋ ਸਕਦੀ ਹੈ, ਤਾਂ ਮੇਰੇ ਖਿਆਲ ਤੋਂ ਉਹਦੇ ਵਰਗੀ ਰੀਸ ਨਹੀਂ। ਤੁਸੀਂ ਸੋਇਲ ਟੈਸਟ ਅਤੇ ਵਾਟਰ ਟੈਸਟ ਜ਼ਰੂਰ ਕਰਾਓ। ਸਰਪੰਚਾਂ ਦੀ ਡਿਊਟੀ ਹੋਵੇ ਕਿ ਉਹ ਸੋਇਲ ਕਾਰਡ ਅਤੇ ਵਾਟਰ ਕਾਰਡ ਜ਼ਰੂਰ ਬਣਵਾਉਣ ਪਿੰਡਾਂ ਦੇ ਵਿੱਚ, ਇੱਕ ਸਿੰਗਲ ਟੈਂਕੀ ਹੋਵੇ, ਉਹਦੇ ਵਿੱਚ ਇੱਕ ਤਾਂ ਵਾਟਰ ਐਂਡ ਸੈਨੀਟੇਸ਼ਨ ਮਹਿਕਮੇ ਨੂੰ ਇਹਦੇ ਵਾਸਤੇ ਅੱਗੇ ਆਉਣਾ ਪਊ, ਬਾਕੀ ਸਾਰੇ ਘਰ ਦੇ ਬੋਰ ਨੇ ਜਿਹੜੇ ਉਹ ਬੰਦ ਹੋ ਜਾਣਗੇ। ਜੇ ਸੀਵਰੇਜ ਨਹੀਂ ਵੀ ਪੈ ਰਿਹਾ ਪਿੰਡਾਂ 'ਚ ਕੋਈ ਗੱਲ ਨਹੀਂ, ਐਟਲੀਸਟ ਜਿਹੜਾ ਪਾਣੀ ਦੀ ਪਿਓਰਿਟੀ ਹੈ ਉਹ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਊਗੀ, ਜਿਹਦੇ ਨਾਲ ਕਿ ਪਿੰਡ ਦੇ ਬਾਹਰਲੇ ਪਾਸੇ ਟੈਂਕੀ ਹੋਊਗੀ। ਡੱਗ ਹੋਲ ਸਿਸਟਮ ਜਿਹੜਾ ਲੈਟਰਿਨ ਸਿਸਟਮ ਹੈ ਆਪਣਾ, ਉਹ ਨਿਚਲੇ ਪਾਣੀ ਨੂੰ ਪੋਲਿਊਟ ਨਹੀਂ ਕਰੂਗਾ। ਪਲੀਜ਼ ਸਮਝੋ, ਆਪਾਂ ਮਰ ਰਹੇ ਹਾਂ ਕੈਂਸਰ ਨਾਲ, ਬਹੁਤ ਗੰਭੀਰ ਰੋਗ ਹੈ, ਕੈਂਸਰ ਨਾਲ ਆਪਾਂ ਮਰ ਰਹੇ ਹਾਂ। ਜਦੋਂ ਹੁੰਦਾ ਹੈ ਜਾਂ ਜਿਹਨਾਂ ਬੀਤਦੀ ਹੈ ਜਾਂ ਜਿਹੜਾ ਬਿਮਾਰ ਹੁੰਦਾ ਉਹਨੂੰ ਹੀ ਪਤਾ ਹੁੰਦਾ, ਅਤੇ ਇੱਕ ਡਾਕਟਰ ਨੂੰ ਪਤਾ ਹੁੰਦਾ ਕਿ ਜਦੋਂ ਉਹਦੇ ਹੱਥਾਂ 'ਚ ਮਰੀਜ਼ਾਂ ਦੀ ਜਾਨ ਜਾਂਦੀ ਹੈ ਤਾਂ ਲੋਕ ਆ ਕੇ ਰੋਂਦੇ ਨੇ, ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ। ਉਸ ਤੋਂ ਬਾਅਦ ਆਉਂਦਾ ਹੈ ਕਿ ਆਪਾਂ ਕਿਸ ਤਰ੍ਹਾਂ ਆਪਾਂ ਯੂਨੀਅਨਸ ਨੇ ਜਿਹੜੀਆਂ ਕਿਸਾਨ ਦੀਆਂ, ਉਹ ਅੱਗੇ ਹੋ ਕੇ ਹੁਣ ਇਸ ਮੰਚ ਤੋਂ ਕੀ ਕਰਨ। ਤਾਂ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਕਿਸਾਨ ਯੂਨੀਅਨ ਨੂੰ ਇੱਕ ਗੌਰਮੈਂਟ ਤੋਂ ਇੱਕ ਬੋਡੀ ਡਿਮਾਂਡ ਕਰਨੀ ਚਾਹੀਦੀ ਹੈ, ਜਿਹਨੂੰ ਆਪਾਂ ਕਹਿੰਦੇ ਜਿਵੇਂ ਐਗਜ਼ਾਮਪਲ, ਜਿਵੇਂ RBI ਸਾਰੇ ਦੇ ਸਾਰੇ ਬੈਂਕਿੰਗ ਸਿਸਟਮ ਦੇ ਨੋਰਮਸ ਬਣਾ ਕੇ ਸਾਰੇ ਇੰਡੀਆ ਨੂੰ ਇੱਕ ਬੈਂਕਿੰਗ ਦੇ ਵਿੱਚ ਇੱਕ ਮੁੱਠ ਕਰਕੇ ਇੱਕ ਜੋੜਦਾ, ਜੋੜ ਕੇ ਉੱਤੋਂ ਦੀ ਬਲਕਿ ਰੂਲ ਐਂਡ ਰੈਗੂਲੇਸ਼ਨ ਸਾਰਾ ਕੁਝ ਦੱਸਦਾ ਕਿ ਤੁਸੀਂ ਐਂ ਕਰੋ, ਐਂ ਚੱਲੋ, ਇੰਨਾ ਵਿਆਜ ਰੱਖੋ, ਆਹ ਕਰੋ। ਉਸੇ ਤਰ੍ਹਾਂ ਕਿਸਾਨਾਂ ਵਾਸਤੇ ਵੀ ਸਰਕਾਰੀ ਢਾਂਚੇ ਦੇ ਵਿੱਚ ਵੀ ਇੱਕ ਬਿਲਕੁਲ ਇੰਡੀਵਿਜੂਅਲ ਬੋਡੀ ਹੋਣੀ ਚਾਹੀਦੀ ਜਿਹੜੀ ਕਿ ਫ੍ਰੀ ਹੋਵੇ ਹਰ ਚੀਜ਼ ਤੋਂ। ਤਾਂ ਮੇਰੇ ਖਿਆਲ ਤੋਂ ਕਿਸਾਨਾਂ ਨੂੰ ਉਸ ਚੀਜ਼ ਦੀ ਡਿਮਾਂਡ ਕਰਨੀ ਚਾਹੀਦੀ ਹੈ। ਜੇ ਕਿਸਾਨ ਇਸ ਚੀਜ਼ ਨੂੰ ਸਮਝਣ, ਇਹਦੀ ਇੰਪੋਰਟੈਂਸ ਨੂੰ ਸਮਝਣ, ਤਾਂ ਜਿੰਨੇ ਵੀ ਪ੍ਰੋਜੈਕਟਸ ਸਰਕਾਰ ਨੂੰ ਲੋੜ ਹੋਊਗੀ, ਜਿਵੇਂ ਸਰਕਾਰ ਨੇ ਕਿਹਾ ਕਿ ਜੀ ਅਸੀਂ ਕੰਪਿਊਟਰ ਤੋਂ ਔਨਲਾਈਨ ਖਰੀਦ ਸ਼ੁਰੂ ਕਰਾਂਗੇ, ਤਾਂ ਇਕੱਲੀ ਔਨਲਾਈਨ ਖਰੀਦ ਤੱਕ ਨਾ ਜਾਓ, ਇਕੱਲਾ ਪੈਸਾ ਨਾ ਦੇਖੋ, ਤੁਸੀਂ ਪੂਰਾ ਫਿਊਚਰ ਸੋਚੋ ਕਿ ਇਸ ਐਜੀਟੇਸ਼ਨ ਤੋਂ ਆਪਾਂ ਕਿੰਨਾ ਵਧੀਆ ਨਿਚੋੜ ਕੱਢ ਕੇ ਆਪਾਂ ਪੂਰੇ ਫਿਊਚਰ ਨੂੰ ਜਿਹੜਾ ਹੈ ਉਹ ਸਿਕਿਉਰ ਕਰ ਸਕਦੇ ਹਾਂ। ਅਤੇ ਜੇ ਮੇਰੇ ਖਿਆਲ ਤੋਂ ਆਪਾਂ ਪੂਰੇ ਫਿਊਚਰ ਨੂੰ ਸਿਕਿਉਰ ਕਰ ਗਏ ਤਾਂ ਮੇਰੇ ਖਿਆਲ ਤੋਂ ਇਸ ਐਜੀਟੇਸ਼ਨ ਨੂੰ ਇਤਿਹਾਸ ਜਿਹੜਾ ਹੈ ਉਹ ਯਾਦ ਰੱਖੂ। ਜਿਵੇਂ ਆਪਾਂ ਕਹਿੰਦੇ ਹਾਂ ਕਿ ਜੀ ਇਤਿਹਾਸ ਐਂ ਨਹੀਂ ਲਿਖਿਆ ਜਾਂਦਾ, ਪੰਜਾਬੀਆਂ ਨੇ ਇਤਿਹਾਸ ਲਿਖਿਆ, ਤਾਂ ਉਹ ਇਤਿਹਾਸ ਆਪਾਂ 100% ਜਿਹੜਾ ਹੈਗਾ ਉਹ ਇੰਨਾ ਕੁ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ। ਅਤੇ ਉਸ ਤੋਂ ਇਲਾਵਾ ਕੁਛ ਮੇਰੇ ਮਾਇੰਡ ਦੇ ਵਿੱਚ ਪੁਆਇੰਟ ਸੀ ਕਿ ਜੇ ਬਾਡੀ ਬਣ ਜਾਵੇ ਤਾਂ ਆਹ ਚੀਜ਼ ਹੋ ਜਾਵੇ, ਆਪਾਂ ਔਰਗੈਨਿਕ, ਹਾਂ ਇੱਕ ਮੇਰੇ ਮਨ 'ਚ ਪੁਆਇੰਟ ਸੀ ਕਿ ਜੇ ਔਰਗੈਨਿਕ ਜਿਵੇਂ ਜਿਹੜੀਆਂ ਆਪਾਂ ਖਾਦਾਂ ਨੇ, ਜੇ ਆਪਾਂ ਆਪਣੇ ਖੇਤ ਦੇ ਅੰਦਰ ਕੁਛ ਕੁ ਜਗ੍ਹਾ ਇਹੋ ਜਿਹੀ ਬਣਾ ਲਈਏ ਕਿ ਜਿਹਦੇ ਵਿੱਚ ਆਪਾਂ ਆਪਣਾ ਖੇਤੀ ਦਾ ਸਾਰਾ ਮਟੀਰੀਅਲ, ਵੇਸਟ ਮਟੀਰੀਅਲ ਨੂੰ ਵੀ ਸਟੋਰ ਕਰੀਏ, ਪਲੱਸ ਕੀ ਕਰੀਏ ਆਪਾਂ ਉੱਥੋਂ ਦੀ ਹੀ 2 ਡੰਗਰ ਰੱਖ ਕੇ ਜਿਵੇਂ ਬਾਇਓਗੈਸ ਪਲਾਂਟ ਲਗਾਉਂਦੇ ਹਾਂ, ਉਹਦੀ ਪ੍ਰੋਡਕਸ਼ਨ ਕਰੀਏ, ਜਿਹਨਾਂ ਆਪਾਂ ਨੂੰ LPG ਦੀ ਕਦੇ ਵੀ ਪ੍ਰੋਬਲਮ ਨਹੀਂ ਆਊਗੀ, ਆਪਾਂ ਨੂੰ ਸਿਲੰਡਰ ਖਰੀਦਣੇ ਨਹੀਂ ਪੈਣਗੇ, ਉਹਦੀ ਪਾਈਪਲਾਈਨ ਆਪਾਂ ਪਿੰਡਾਂ 'ਚ ਪਾ ਸਕਦੇ ਹਾਂ। ਬਹੁਤ ਵਧੀਆ ਗਰੋਥ ਹੈ, ਸਰਪੰਚ ਇਹ ਕੰਮ ਕਰ ਸਕਦੇ ਹਾਂ। ਉਸ ਤੋਂ ਬਾਅਦ ਦੇਖੋ, ਮੈਨੂੰ ਪਹਿਲਾਂ ਨਹੀਂ ਪਤਾ ਹੁੰਦਾ ਸੀ ਕਿ ਵੀ ਸਰਪੰਚਾਂ ਨੂੰ ਇਨਕਮ ਕਿੱਥੋਂ ਕਿੱਥੋਂ ਹੁੰਦੀ ਹੈ, ਤਾਂ ਮੈਨੂੰ ਪਿੱਛੇ ਜਿਹੀ ਇੱਕ ਨੌਲੇਜ ਮਿਲੀ, ਉਹ ਇਹ ਮਿਲੀ ਕਿ ਜਿਹੜੀ ਪਿੰਡਾਂ ਦੀ ਸ਼ਾਮਲਾਟ ਦੀ ਜ਼ਮੀਨ ਹੁੰਦੀ ਹੈ, ਕਹਿੰਦੇ ਵੀ ਉਹ ਸਰਪੰਚ ਨੇ ਨਾ ਜਿਹੜੇ, ਉਹ ਜ਼ਮੀਨ ਨੂੰ ਵੀ ਠੇਕੇ 'ਤੇ ਦੇ ਦਿੰਦੇ ਨੇ। ਮੋਸਟ ਆਈ ਡੋਂਟ ਨੋ ਸਾਰੇ ਦਿੰਦੇ ਆ ਕਿ ਨਹੀਂ, ਪਰ ਮੈਨੂੰ ਜਿਸ ਤੱਕ ਕੁਛ ਗੱਲਾਂ ਤੋਂ ਪਤਾ ਲੱਗਿਆ ਲੋਕਾਂ ਤੋਂ, ਆਮ ਲੋਕਾਂ ਤੋਂ, ਤਾਂ ਉਹਦੀ ਉਹ ਇਨਕਮ ਖਾਂਦੇ ਨੇ, ਜਿਹੜੀ ਕਿ ਉਹ ਪਿੰਡ ਦੀ ਡਿਵੈਲਪਮੈਂਟ 'ਤੇ ਲੱਗਣੀ ਚਾਹੀਦੀ ਸੀ ਉੱਥੋਂ ਦੀ ਇਨਕਮ। ਤਾਂ ਤੁਸੀਂ ਇਹ ਦੇਖੋ ਕਿ ਉੱਥੇ ਦੇ ਯੂਥ ਨੂੰ ਇੱਕ ਖੇਡਣ ਵਾਸਤੇ ਗਰਾਊਂਡ ਜਾਂ ਇੱਕ ਪਾਰਕ ਸੈਰ ਕਰਨ ਵਾਸਤੇ ਲੋਕਾਂ ਦੇ ਲਈ ਉਹ ਨਹੀਂ ਮਿਲ ਰਿਹਾ। ਸਰਪੰਚ ਬਣਿਆ ਨਹੀਂ, ਜਿਹੜੀ ਮਰਜ਼ੀ ਸਰਕਾਰ ਦਾ ਬਣਿਆ ਨਹੀਂ, ਚਾਹੇ ਉਹ ਆਜ਼ਾਦ ਬਣ ਜਾਵੇ, ਚਾਹੇ ਉਹ ਕਿਸੇ ਪਾਰਟੀ ਦਾ ਬਣ ਜਾਵੇ, ਉਹ ਕੀ ਕਰਦਾ, ਉਹ ਪਿੰਡ ਦੀ ਜਿਹੜੀ ਸ਼ਾਮਲਾਟ ਦੀ ਜ਼ਮੀਨ ਹੈ ਉਹਦਾ ਬੈਸਟ ਯੂਟੀਲਾਈਜ਼ ਨਹੀਂ ਹੋਣ ਦਿੰਦਾ, ਲੋਕਾਂ ਦੇ ਕੰਮ ਨਹੀਂ ਆਉਣ ਦਿੰਦਾ, ਯੂਥ ਨੂੰ ਖੇਡਣ ਵੱਲ ਨਹੀਂ ਲਾ ਰਿਹਾ, ਉੱਥੇ ਕੋਈ ਗਰਾਊਂਡ ਨਹੀਂ ਦੇ ਰਿਹਾ ਪਿੰਡ ਨੂੰ। ਇੰਨੀ ਜਗ੍ਹਾ ਪਈ ਹੈ ਸਾਡੇ ਕੋਲ ਪੰਜਾਬ ਦੇ ਵਿੱਚ।
ਉਹਦੇ ਵਿੱਚੋਂ ਦੀ ਠੇਕੇ 'ਤੇ ਜ਼ਮੀਨ ਦੇ ਕੇ 50-50 ਲੱਖ ਰੁਪਈਆ 20-20 ਲੱਖ ਰੁਪਈਆ ਜਿੰਨਾ ਵੀ ਉਹਨੂੰ ਫਸਲ ਦੇ ਵਿੱਚੋਂ ਦੀ ਉਹਨੂੰ ਪੈਸਾ ਆਉਂਦਾ ਹੈ, ਉਹ ਸਾਰੇ ਪੈਸੇ ਜਿਹੜੇ ਨੇ ਪਤਾ ਨਹੀਂ ਕਿੱਥੇ ਜਾਂਦੇ ਨੇ। ਇਹਨੂੰ ਕਹਿੰਦੇ ਨੇ ਕਰਪਸ਼ਨ। ਉਸ ਤੋਂ ਬਾਅਦ FCI ਡਿਪਾਰਟਮੈਂਟ ਸਾਡਾ ਜਿਹੜਾ ਕਿ ਆਪਣੀਆਂ ਫਸਲਾਂ ਚੱਕਦਾ। FCI ਡਿਪਾਰਟਮੈਂਟ ਦੇ ਵਿੱਚ ਕਿੰਨੇ ਇੰਸਪੈਕਟਰਸ ਨੇ ਜਾਂ ਕਿੰਨੇ ਮੁਲਾਜ਼ਮ ਨੇ ਜਿਹੜੇ ਸਰਕਾਰ ਦੇ ਉੱਤੇ ਲੋਡ ਬਣੇ ਹੋਏ ਨੇ, ਜਿਹੜੇ ਕਿ ਉਸ ਲੈਵਲ ਦੀ ਮਿਹਨਤ ਨਹੀਂ ਕਰਦੇ ਅਤੇ ਅਨਾਜ ਦੀ ਚੋਰੀ ਬਹੁਤ ਹੁੰਦੀ ਹੈ, ਤੋਲਣ ਲੱਗੇ ਚੋਰੀ ਹੋ ਜਾਂਦੀ ਹੈ, ਟਰਾਂਸਪੋਰਟ 'ਚ ਅੱਧੀ ਚੋਰੀ ਹੈ। ਟਰਾਂਸਪੋਰਟ ਮਾਫੀਆ ਅਲੱਗ ਚੱਲ ਰਿਹਾ ਦੇਖੋ ਸਾਡੇ ਨਾਲ, FCI ਮਹਿਕਮਾ ਅਲੱਗ ਮਾਫੀਆ ਬਣਿਆ ਹੋਇਆ ਹੈ। ਆੜ੍ਹਤੀਆ ਮਹਿਕਮਾ ਜਿਹੜਾ ਹੈਗਾ ਉਹਨੇ ਵੀ ਬਿਲਕੁਲ ਜਿਹੜਾ ਵਿਆਜ ਰੇਟ ਹੈ ਕਿਸਾਨਾਂ ਲਈ ਬਹੁਤ ਜ਼ਿਆਦਾ ਕ੍ਰੀਏਟ ਕੀਤਾ ਹੋਇਆ। ਕਿੱਥੇ ਕਿਸਾਨ ਸਿੱਧਾ ਬੈਂਕ ਨਾਲ ਜੁੜਨ, ਜੇ ਪੜ੍ਹੇ ਲਿਖੇ ਹੋਣ ਤਾਂ ਬੈਂਕ ਨਾਲ ਜੁੜਨ, ਉਹ ਕਦੇ ਵੀ ਡਾਇਰੈਕਟਲੀ ਆੜ੍ਹਤੀਏ ਕੋਲ ਘੱਟ ਜਾਣ ਦੀ ਕੋਸ਼ਿਸ਼। ਹਾਂ, ਨੋ ਡਾਊਟ ਆੜ੍ਹਤੀਆ ਸਾਡੀ ਰੀੜ੍ਹ ਹੱਡੀ ਹੈ, ਪੰਜਾਬ ਦੀ ਕਿਸਾਨੀ ਦੀ ਜੇ ਰੀੜ੍ਹ ਹੱਡੀ ਹੈ ਤਾਂ ਉਹ ਆੜ੍ਹਤੀਆ ਸਿਸਟਮ ਹੈ, ਕਿਉਂਕਿ ਜਦੋਂ ਵੀ ਉਹਨੂੰ ਲੋੜ ਪੈਣੀ ਹੈ, ਪੈਸੇ ਦੀ ਲੋੜ ਪੈਣੀ ਹੈ, ਉਹਨੇ ਫਟਾਫਟ ਜਿਹੜਾ ਹੈ ਆੜ੍ਹਤੀਏ ਕੋਲ ਚਲੇ ਜਾਣਾ ਅਤੇ ਉਹਨਾਂ ਕੋਲੋਂ ਪੈਸੇ ਮਿਲ ਜਾਣੇ ਆ। ਪਰ ਇਕੱਲੇ ਇੱਕੋ ਹੀ ਜਗ੍ਹਾ 'ਤੇ ਡਿਪੈਂਡੈਂਟ ਨਾ ਰਹੋ ਵੀਰੋ, ਤੁਸੀਂ ਸਾਰੇ ਪੜ੍ਹੇ ਲਿਖੇ ਹੁਣ ਨੌਜਵਾਨ ਹੋ, ਪੜ੍ਹ ਲਿਖ ਗਏ ਹੋ, ਤਾਂ ਇਸ ਕਰਕੇ ਤੁਸੀਂ ਬੈਂਕ ਨੂੰ ਵੀ ਆਪਣੇ ਨਾਲ ਜੋੜੋ, ਇਕੱਲੇ ਆੜ੍ਹਤੀਏ 'ਤੇ ਡਿਪੈਂਡੈਂਸ ਨਾ ਰੱਖੋ। ਬਹੁਤ ਹੀ ਬੁਰਾ ਵਕਤ ਆਵੇ ਤਾਂ ਆੜ੍ਹਤੀਏ ਕੋਲ ਜਾਓ, ਨਹੀਂ ਕੋਸ਼ਿਸ਼ ਕਰੋ ਓਨਾ ਹੀ ਖਰਚੋ, ਕਹਿੰਦੇ ਜਿੰਨੀ ਆਪਣੀ ਹੈਸੀਅਤ ਹੋਵੇ। ਆਪਣੀ ਪੈਰ ਚੱਦਰ ਵੇਖ ਕੇ ਆਪਣੇ ਪੈਰ ਪਸਾਰਨੇ ਚਾਹੀਦੇ ਆ ਹਰ ਇਨਸਾਨ ਨੂੰ। ਅਤੇ ਮੇਰੇ ਖਿਆਲ ਤੋਂ ਆਲਮੋਸਟ ਮੈਂ ਬਹੁਤ ਸਾਰੀਆਂ ਚੀਜ਼ਾਂ ਇਹ 'ਚ ਕਵਰ ਕੀਤੀਆਂ, ਅਤੇ ਕੁਛ ਰਹਿ ਗਿਆ ਹੋਵੇ ਜਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਉਹਦੇ ਲਈ ਮਾफ़ ਕਰਿਓ। ਅਤੇ ਹਾਂ, ਇੱਕ ਚੀਜ਼ ਹੋਰ, ਪ੍ਰੋਡਕਸ਼ਨ ਐਂਡ ਡਿਮਾਂਡ ਜਿਹੜਾ ਕਿ ਆਪਣੀ ਇਕੋਨਮੀ ਨੂੰ ਦੇ ਉੱਤੇ ਬਹੁਤ ਡਿਪੈਂਡ ਕਰਦਾ। ਤਾਂ ਤੁਸੀਂ ਇਹ ਦੇਖੋ ਵੀ ਡਿਮਾਂਡ ਕਿਸ ਚੀਜ਼ ਦੀ ਹੈ ਅਤੇ ਆਪਾਂ ਕਿਹੜੀ ਚੀਜ਼ ਪ੍ਰੋਡਿਊਸ ਕਰੀਏ। ਜੇ ਆਪਾਂ ਡਿਮਾਂਡ ਦੇ ਹਿਸਾਬ ਨਾਲ ਚੀਜ਼ ਦੀ ਪ੍ਰੋਡਕਸ਼ਨ ਬਣਾਂਗੇ, ਇਕੱਲੀ ਆਪਾਂ ਕਣਕ 'ਤੇ ਉਹ ਚੀਜ਼ ਨਹੀਂ ਉਗਾਵਾਂਗੇ, ਚਾਵਲ ਨਹੀਂ ਉਗਾਵਾਂਗੇ, ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਹੈ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਇੰਪੋਰਟ ਐਕਸਪੋਰਟ ਦੀ, ਤਾਂ ਤੁਹਾਨੂੰ ਉਹ ਚੀਜ਼ 'ਚ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ। ਅਤੇ ਮੇਰੀ ਗੁਜ਼ਾਰਿਸ਼ ਹੈ ਸਾਰੇ ਪੜ੍ਹੇ ਲਿਖੇ ਵਰਗ ਨੂੰ, ਜਾਂ ਉਹ ਵਰਗ ਜਿਨ੍ਹਾਂ ਨੂੰ ਬਹੁਤ ਲੋਕ ਫੋਲੋ ਕਰਦੇ ਹੈ, ਜਿਵੇਂ ਕਿ ਸਿੰਗਰਜ਼ ਆਏ ਸਟੇਜਾਂ ਦੇ ਉੱਤੇ ਸਾਡੀਆਂ ਦੇ ਉੱਤੇ, ਉਹਨਾਂ ਨੇ ਜੋਸ਼ ਭਰਨ ਵਾਸਤੇ ਬਹੁਤ ਵਧੀਆ ਵਧੀਆ ਗਾਣੇ ਲਿਖਤੇ, ਬਹੁਤ ਵਧੀਆ। ਇੰਨਾ ਜੋਸ਼ ਭਰਤਾ ਯੂਥ ਦੇ ਵਿੱਚ ਕਿ ਉਹ ਪਿੱਛੇ ਹਟਣ ਵਾਲਾ ਨਹੀਂ। ਅਤੇ ਇੱਕ ਸਾਡੇ ਤਾਂ ਪੰਜਾਬੀ ਵੈਸੇ ਹੀ ਕਹਿੰਦੇ ਚੱਕਵੇਂ ਹੁੰਦੇ ਆ, ਮੈਂ ਵੀ ਬਹੁਤ ਇਸ ਗੱਲ ਚੱਕਵਾਂ ਹੀ ਕਹੂੰਗਾ ਕਿ ਮੈਨੂੰ ਵੀ ਗਾਣੇ ਸੁਣ ਕੇ ਪੰਜਾਬ ਦੇ ਬਹੁਤ ਜੋਸ਼ ਆਉਂਦਾ, ਅਤੇ ਮੈਂ ਸੁਣਦਾ ਵੀ ਪੰਜਾਬੀ ਗਾਣੇ ਹੀ ਹੈ। ਅਤੇ ਇਸ ਕਰਕੇ ਮੇਰੀ ਸਿੰਗਰਾਂ ਦੀ ਗੁਜ਼ਾਰਿਸ਼ ਹੈ ਕਿ ਤੁਸੀਂ ਮਿੱਤਰੋ, ਜਿਵੇਂ ਗੁਰਦਾਸ ਮਾਨ ਜੀ ਨੇ ਪੰਜਾਬ ਬਾਰੇ ਲਿਖਿਆ ਹੈ, ਤਾਂ ਤੁਸੀਂ ਚਾਹੇ ਉਹ ਮੂਸੇਵਾਲਾ ਹੈ, ਚਾਹੇ ਉਹ ਕੋਈ ਵੀ ਅੱਜ ਕੱਲ੍ਹ ਜਿਹੜੇ ਚੱਕਵੇਂ ਸਿੰਗਰ ਹੈ, ਸਿੰਘਾ ਹੋ ਗਿਆ, ਆਈ ਡੋਂਟ ਨੋ, ਮੈਨੂੰ ਜ਼ਿਆਦਾ ਨਾਮ ਤਾਂ ਨਹੀਂ ਦੇਖੋ, ਸੌਰੀ ਮਾਫੀ ਹੈ ਪਤਾ, ਪਰ ਉਹ ਸਾਰੇ ਸਿੰਗਰਸ ਨੂੰ ਵੀ ਗੁਜ਼ਾਰਿਸ਼ ਹੈ ਤੁਸੀਂ ਜੋ ਕਰ ਰਹੇ ਹੋ ਆਪਣੇ ਵੱਲ 'ਤੇ ਬੈਸਟ ਕਰ ਰਹੇ ਹੋ, ਤੁਸੀਂ ਅਰਨਿੰਗ ਹੈਂਡ ਹੋ, ਤੁਸੀਂ ਕਰੋ। ਪਰ ਅੱਜ ਦੀ ਨੀਡ ਦੇ ਵਿੱਚ ਤੁਸੀਂ ਕਦੇ ਕਦੇ ਇੱਕ ਮਹੀਨੇ 'ਚ ਇੱਕ ਗਾਣਾ ਖੇਤੀ ਦੇ ਉੱਤੇ ਜ਼ਰੂਰ ਲਿਖਿਆ ਕਰੋ, ਅਤੇ ਉਹਦੇ ਵਿੱਚ ਨੌਲੇਜ ਦਿਆ ਕਰੋ ਕਿ ਕਿਵੇਂ ਪਹਿਲਾਂ ਪੁਰਾਣੇ ਟਾਈਮ 'ਚ ਖੇਤੀਆਂ ਹੁੰਦੀਆਂ ਸੀ ਅਤੇ ਹੁਣ ਉਹ 'ਚ ਕੀ ਬਦਲਾਵ ਆ ਗਏ। ਅਤੇ ਇਕੱਲੇ ਟਰੈਕਟਰ 6911 ਦੀ ਗੱਲਾਂ ਨਾ ਕਰੋ, ਇਕੱਲੇ ਫੋਰਡਾਂ ਦੀਆਂ ਗੱਲਾਂ ਨਾ ਕਰੋ, ਉਹਦੇ ਵਿੱਚ ਕੁੜੀਆਂ ਕੜੀਆਂ ਫਸਾਉਣ ਦੀਆਂ ਗੱਲਾਂ ਨਾ ਕਰੋ। ਉਹਦੇ ਵਿੱਚ ਦੱਸੋ, ਜਾਂ ਉਹ 'ਚ ਕੋਈ ਵੈਲ ਪੁਣੇ ਦੀ ਗੱਲ ਨਾ ਕਰੋ, ਉਹਦੇ ਵਿੱਚ ਦੱਸੋ ਕਿ ਜਿਹੜੀ ਸਾਡੀ ਖੇਤੀ ਦੇ ਵਿੱਚ ਟੈਕਨੀਕਾਂ ਵਧੀਆਂ ਉਹਨੂੰ ਅਸੀਂ ਕਿਵੇਂ ਯੂਜ਼ ਕਰਨਾ, ਉਹ ਤੋਂ ਸਬਸਿਡੀਆਂ ਕਿਵੇਂ ਮਿਲਣੀਆਂ ਨੇ, ਉਹਦੀ ਗਾਈਡੈਂਸ ਵੀ ਲੋਕਾਂ ਨੂੰ ਨਾਲ ਦੇਵੋ। ਦਲਜੀਤ ਨੇ ਵੀ ਫੰਡ ਦਿੱਤਾ 1 ਕਰੋੜ ਤੋਂ ਉੱਪਰ, ਤਾਂ ਮੈਂ ਕਹੂੰਗਾ ਦਲਜੀਤ ਬਾਈ ਬਹੁਤ ਵਧੀਆ ਲੱਗਿਆ ਕਿ ਤੁਸੀਂ ਉੱਥੇ ਫੰਡ ਦਿੱਤਾ, ਅਤੇ ਤੁਸੀਂ ਨਾਲ ਨਾਲ ਆਪਣੇ ਗਾਣੇ ਦੇ ਵਿੱਚ, ਕਿਉਂਕਿ ਤੁਹਾਡੀ ਜਿਹੜੀ ਕਹਿ ਲਓ ਕਿ ਰੈਪੂਟੇਸ਼ਨ ਹੈ ਉਹ ਪੰਜਾਬ ਦੇ, ਤੁਸੀਂ ਉਹ ਸਿੱਖੋ ਜਿਹੜੇ ਕਿ ਬਾਲੀਵੁੱਡ ਤੱਕ ਤੁਹਾਡੀ ਪਹੁੰਚ ਹੋ ਚੁੱਕੀ ਹੈ, ਇੰਟਰਨੈਸ਼ਨਲ ਲੈਵਲ ਤੱਕ ਤੁਹਾਡੀ ਪਹੁੰਚ ਹੈ। ਤੁਸੀਂ ਉੱਥੇ ਜਾ ਕੇ ਆਪਣੀ ਖੇਤੀ ਨੂੰ ਵੀ ਨਾਲ ਨਾਲ ਪ੍ਰਮੋਟ ਜ਼ਰੂਰ ਕਰੋ। ਅਤੇ ਉੱਥੇ ਤੁਸੀਂ ਜਿਹੜੀ ਤੁਹਾਡੀ ਡਰੈਸਿੰਗ ਸੈਂਸ ਹੈ, ਅੱਜ ਦੇ ਦੌਰ ਦੇ ਵਿੱਚ ਬ੍ਰੈਂਡਡ ਕੱਪੜੇ ਬਹੁਤ ਵਧੀਆ, ਤੁਸੀਂ ਬਹੁਤ ਸਮਾਰਟ ਲੱਗਦੇ ਹੋ, ਨੋ ਡਾਊਟ, ਉਹਦੇ ਨਾਲ ਵਕਤ ਨਾਲ ਚੱਲਣਾ ਵੀ ਚਾਹੀਦਾ ਹੈ। ਪਰ ਕਦੇ ਕਦੇ ਸਟੇਜ 'ਤੇ ਤੁਸੀਂ ਜ਼ਰੂਰ ਗੁਰਦਾਸ ਮਾਨ ਵਾਂਗੂ, ਉਹਨਾਂ ਵਾਂਗੂ ਜ਼ਰੂਰ ਆਓ, ਜਿਹੜੇ ਆਪਣੇ ਪੁਰਾਣੇ ਜਿਹੜੇ ਖੁੰਡ ਨੇ ਕਹਿ ਲਓ ਪੰਜਾਬ ਦੇ, ਜਿਨ੍ਹਾਂ ਨੇ ਅੱਜ ਤੱਕ ਪੰਜਾਬ ਲਈ ਗਾਇਆ ਅਤੇ ਕੀਤਾ। ਅਤੇ ਗੁਰਦਾਸ ਮਾਨ ਜੀ ਲਈ ਦਿਲੋਂ ਪਿਆਰ ਹੈ, ਅਤੇ ਇਸ ਕਰਕੇ ਤੁਸੀਂ ਉਹਨਾਂ ਦੀ ਚੀਜ਼ ਨੂੰ ਜ਼ਰੂਰ ਫੋਲੋ ਕਰੋ, ਉਹਨਾਂ ਨੂੰ ਜ਼ਰੂਰ ਗੁਰੂ ਮੰਨੋ। ਤੁਸੀਂ ਮੰਨਦੇ ਵੀ ਹੋ। ਮੈਂ ਤੁਹਾਡਾ ਇੱਕ ਮੈਰਿਜ ਫੰਕਸ਼ਨ ਅਟੈਂਡ ਕੀਤਾ ਹੋਇਆ ਜਿਹਦੇ ਵਿੱਚ ਤੁਸੀਂ ਸਾਡੇ ਮਲੇਰਕੋਟਲੇ ਲੱਗੇ ਸੀ, ਤਾਂ ਮੈਂ ਤੁਹਾਨੂੰ ਸੁਣਿਆ ਹੋਇਆ, ਤਾਂ ਉੱਥੇ ਸਾਰੇ ਆਪਣੇ ਪੁਰਾਣੇ ਸਿੰਗਰ ਆਏ ਹੋਏ ਸੀ। ਤਾਂ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਤੁਸੀਂ ਸਾਰੇ ਇਕੱਠੇ ਹੋ। ਤਾਂ ਸਿੰਗਰਾਂ ਦਾ ਵੀ ਮੈਨੂੰ ਉਹ ਹੈ, ਸਪੋਰਟਸ ਪਰਸਨ ਦਾ ਵੀ ਇਸੇ ਤਰ੍ਹਾਂ ਹੀ ਮੈਂ ਕਹੂੰਗਾ ਕਿ ਵੀ ਉਹ ਵੀ ਆਪਣੇ ਖੇਤਰ ਦੇ ਵਿੱਚ ਅਲੱਗ-ਅਲੱਗ, ਜਿਵੇਂ ਮੈਂ ਵੀ ਆਪਣੇ ਦਾ ਸੁਪਰ ਨੈਚੁਰਲ ਐਡਵੈਂਚਰ ਸਪੋਰਟਸ ਕਲੱਬ ਬਣਾਇਆ ਹੋਇਆ ਮਲੇਰਕੋਟਲਾ। ਹਾਲਾਂਕਿ ਮੈਨੂੰ ਟਾਈਮ ਨਹੀਂ ਲੱਗਦਾ ਕਿ ਗਰਾਊਂਡ ਜ਼ੀਰੋ 'ਤੇ ਕੰਮ ਕਰਾਂ, ਪਰ ਮੈਂ ਇਹ ਸੋਚਦਾ ਕਿ ਵੀ ਮੈਂ ਉਹਦੇ ਵਿੱਚ ਲੋਕਾਂ ਨੂੰ, ਜਿਹੜੇ ਬਿਲਕੁਲ ਬੱਚੇ ਆਉਂਦੇ ਨੇ ਗਾਈਡਲਾਈਨ ਲੈਣ ਵਾਸਤੇ, ਕਾਉਂਸਲਿੰਗਸ ਜਿਨ੍ਹਾਂ ਦੀਆਂ ਮੈਂ ਕਰਦਾ, ਮੈਂ ਉਹਨਾਂ ਨੂੰ ਫਰੀ ਆਫ ਫੰਡ ਪ੍ਰਮੋਟ ਕਰਦਾ ਰਹਿੰਦਾ ਕਿ ਸਪੋਰਟਸ ਦੀ ਕੀ ਮਹੱਤਵਤਾ, ਕਿਵੇਂ ਐਡਵੈਂਚਰ ਸਪੋਰਟਸ 'ਚ ਐਂਟਰ ਕਰਨਾ, ਕਿੱਥੋਂ ਤੁਸੀਂ ਲਿੰਕ ਦੇਣੇ, ਐਟਲੀਸਟ ਹੋਰ ਨਹੀਂ ਕੁਛ ਯਾਰ, ਲਿੰਕ ਦਿਆ ਕਰੋ ਲੋਕਾਂ ਨੂੰ ਗਾਈਡਲਾਈਨ ਹੀ ਦੇ ਦਿਆ ਕਰੋ, ਲੋਕਾਂ ਨੂੰ ਅਵੇਅਰਨੈਸ ਹੀ ਦੇ ਦਿਆ ਕਰੋ। ਉਹਦੇ ਵਿੱਚ ਆਪਣੇ ਕੋਈ ਪੈਸੇ ਨਹੀਂ ਲੱਗਦੇ, ਉਹਦੇ ਵਿੱਚ ਆਪਣਾ ਸਿਰਫ ਗਿਆਨ ਲੱਗਦਾ। ਅਤੇ ਸਿਆਣਿਆਂ ਨੇ ਕਿਹਾ ਗਿਆਨ ਵੰਡਣ 'ਤੇ ਗਿਆਨ ਵੱਧਦਾ। ਜੇ ਅੱਜ ਮੈਥੋਂ 4 ਗੱਲਾਂ
ਮੇਰੇ ਤੋਂ ਸਿੱਖੋਗੇ ਤਾਂ ਹੋ ਸਕਦਾ ਹੈ ਤੁਹਾਡੇ ਰਿਪਲਾਈ ਜਾਂ ਤੁਹਾਡੇ ਕੁਐਸਚਨ ਤੋਂ ਬਾਅਦ ਮੈਂ ਵੀ ਤੁਹਾਡੇ ਤੋਂ 50 ਗੱਲਾਂ ਸਿੱਖ ਸਕਾਂ। ਤਾਂ ਇਸ ਕਰਕੇ ਜਿੰਨੀ ਕੁ ਮੇਰੀ ਬੈਸਟ ਨੌਲੇਜ ਹੈ ਅਤੇ ਉਸ ਨੌਲੇਜ ਦੇ ਅਕੋਰਡਿੰਗ ਮੈਂ ਅੱਜ ਤੁਹਾਡੇ ਅੱਗੇ ਆਪਣੇ ਮਨ ਦੀਆਂ ਗੱਲਾਂ ਤੁਹਾਡੇ ਅੱਗੇ ਰੱਖੀਆਂ ਨੇ। ਅਤੇ ਮਾਸ ਐਜੀਟੇਸ਼ਨ ਦਾ ਮਿੱਤਰੋ ਇੱਕ ਫਾਇਦਾ ਨਹੀਂ ਲੈਣਾ ਕਿ ਇਕੱਲੀ MSPਆਂ ਜਾਂ ਇਹਨੂੰ ਬਿੱਲ ਨੂੰ ਵਾਪਸ ਕਰਾਉਣਾ ਹੈ। ਆਪਾਂ ਨੇ ਆਪਣਾ ਸੈਲਫ ਐਨਾਲਾਈਸਿਸ ਕਰਨਾ ਹੈ। ਆਪਾਂ ਨੇ ਦੇਖਣਾ ਹੈ ਕਿ ਆਪਾਂ ਅਸਲੀਅਤ ਦੇ ਵਿੱਚ ਪੰਜਾਬ ਨੂੰ ਬਿਮਾਰੀਆਂ ਤੋਂ, ਇਹਦੇ ਪੋਲੀਟਿਕਸ ਤੋਂ, ਬੁਰੀ ਪੋਲੀਟਿਕਸ ਤੋਂ ਕਿਵੇਂ ਬਚਾਉਣਾ ਹੈ। ਇਸ ਐਜੀਟੇਸ਼ਨ ਤੋਂ ਆਪਾਂ ਨੂੰ ਨਵੇਂ ਲੀਡਰ ਵੀ ਮਿਲਣਗੇ, ਅੱਗੇ ਜਾ ਕੇ ਉਹਨਾਂ ਦਾ ਕਿਵੇਂ ਸਾਥ ਦੇਣਾ ਹੈ, ਤਾਂ ਕਿਵੇਂ ਆਪਾਂ ਚੱਲਣਾ ਹੈ, ਕਿਹਦੇ ਹੱਥ 'ਚ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਲਗਾਮ ਦੇਣੀ ਹੈ। ਤਾਂ ਮੇਰਾ ਤਾਂ ਬਸ ਰੱਬ ਨੂੰ ਇਹੀ ਇੱਕ ਕਹਿ ਲਓ ਕਿ ਦੁਆ ਹੈ ਕਿ ਹੇ ਭਗਵਾਨ ਤੁਸੀਂ ਕਿਸੇ ਵੀ ਤਰੀਕੇ ਨਾਲ ਇਸ ਐਜੀਟੇਸ਼ਨ ਨੂੰ ਖ਼ਤਮ ਕਰੋ, ਕਿਉਂਕਿ ਯੂਥ ਬਹੁਤ ਪਰੇਸ਼ਾਨ ਹੈ, ਪੰਜਾਬ ਬੜਾ ਪਰੇਸ਼ਾਨ ਹੈ, ਬਜ਼ੁਰਗ ਸਾਡੇ ਪਰੇਸ਼ਾਨ ਨੇ, ਅਤੇ ਘਰਾਂ 'ਚ ਬੈਠੀਆਂ ਔਰਤਾਂ ਪਰੇਸ਼ਾਨ ਹੈ, ਸਰਕਾਰ ਵੀ ਪਰੇਸ਼ਾਨ ਹੈ ਐਜੀਟੇਸ਼ਨ ਤੋਂ, ਕੋਈ ਡਾਊਟ ਨਹੀਂ, ਤਾਂ ਹੀ ਉਹ ਝੁਕ ਵੀ ਰਹੀ ਹੈ। ਅਤੇ ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੀ ਹੁਣ ਉਹ ਲੋਕਾਂ ਦਾ ਵਿਸ਼ਵਾਸ ਜਿੱਤੇ, ਅਤੇ ਸਬਕਾ ਸਾਥ ਸਬਕਾ ਵਿਕਾਸ ਇਹ ਮੋਦੀ ਜੀ ਦਾ ਹੀ ਨਾਅਰਾ ਹੈ, ਅਤੇ ਉਹ ਇਹਨੂੰ ਸਮਝਣ ਅਤੇ ਸਭ ਦੇ ਵਿਕਾਸ ਦੇ ਹਿੱਤ ਦੇ ਵਿੱਚ ਗੱਲ ਕਰਨ, ਕਿਉਂਕਿ ਇਹਦੇ ਵਿੱਚ ਕੋਈ ਈਗੋ ਇਸ਼ੂ ਨਾ ਕਿਸਾਨਾਂ ਦਾ ਹੋਣਾ ਚਾਹੀਦਾ ਅਤੇ ਨਾ ਹੀ ਸਰਕਾਰ ਦਾ ਕੋਈ ਈਗੋ ਇਸ਼ੂ ਹੋਣਾ ਚਾਹੀਦਾ, ਕਿਉਂਕਿ ਈਗੋਜ਼ ਨੇ ਜਿਹੜੀਆਂ ਇਨਸਾਨ ਨੂੰ ਖ਼ਤਮ ਕਰ ਦਿੰਦੀਆਂ, ਰਿਸ਼ਤੇ ਤੜਵਾ ਦਿੰਦੀਆਂ ਨੇ, ਤਾਂ ਸਰਕਾਰਾਂ ਵੀ ਟੁੱਟ ਜਾਂਦੀਆਂ ਨੇ। ਤਾਂ ਇਸ ਕਰਕੇ ਈਗੋ ਨਹੀਂ ਹੋਣੀ ਚਾਹੀਦੀ। ਜਿੰਨੇ ਆਪਾਂ ਨੂੰ ਕਹਿ ਲਓ ਕਿ ਵੀ ਜਿੰਨੇ ਨਮਰ ਹੋ ਕੇ ਆਪਾਂ ਜੀਵਨ 'ਚ ਚੱਲੀਏ, ਜੇ ਸਾਨੂੰ ਕੋਈ ਫਲ ਲੱਗਿਆ ਅਤੇ ਅਸੀਂ ਝੁਕ ਕੇ ਚੱਲੀਏ, ਤਾਂ ਮੇਰੇ ਖਿਆਲ ਤੋਂ ਕੁਦਰਤ ਉਹਦਾ ਹਮੇਸ਼ਾ ਸਾਥ ਦਿੰਦੀ ਹੈ। ਇਸੇ ਤਰ੍ਹਾਂ ਸਰਕਾਰ ਨੂੰ ਅਤੇ ਲੋਕਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਟੇਬਲ ਟਾਕ 'ਤੇ ਗੱਲ ਨਿਬੜ ਜਾਵੇ, ਅਤੇ ਰੱਬ ਕਰੇ ਕਿ ਕਿਸੇ ਨੂੰ ਕੋਈ ਉੱਥੇ ਹਾਨੀ ਠੇਸ, ਕੋਈ ਲਾਠੀ ਚਾਰਜ ਇਹੋ ਜਿਹੀਆਂ ਚੀਜ਼ਾਂ ਨਾ ਹੋਣ। ਬੜਾ ਦੁੱਖ ਲੱਗਿਆ ਜਦੋਂ ਚੰਡੀਗੜ੍ਹ ਦੇ ਵਿੱਚ ਲਾਠੀ ਚਾਰਜ ਹੋਇਆ ਅਤੇ ਕੁਛ ਯੂਥ ਦੇ ਸਿਰ ਖੁੱਲ੍ਹੇ, ਅਤੇ ਬਹੁਤ ਸਾਰਾ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ। ਅਤੇ ਅੱਜ ਬਹੁਤ ਟਾਈਮ ਦਾ ਐਜੀਟੇਸ਼ਨ ਚੱਲ ਰਿਹਾ, ਪ੍ਰਤੀਕਿਰਿਆ ਅੱਜ ਦਿੱਤੀ ਹੈ, ਅਤੇ ਉਮੀਦ ਕਰਦਾ ਹਾਂ ਕਿ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ, ਮੈਂ ਕਿਸੇ ਦੇ ਅਗੇਂਸਟ ਨਹੀਂ ਗਿਆ, ਜਾਂ ਮੈਂ ਸਿਰਫ ਇੱਕ ਪੋਜ਼ੀਟਿਵ ਵਿਚਾਰਾਂ ਵਾਲਾ ਪਰਸਨ ਬਣ ਕੇ ਰਹਿਣਾ ਚਾਹੁੰਦਾ ਹੈਗਾ। ਤਾਂ ਮੈਂ ਨਹੀਂ ਚਾਹੁੰਦਾ ਕਿ ਮੇਰੇ ਅੰਦਰ ਕੋਈ ਵੀ ਨੈਗੇਟਿਵਿਟੀ ਕਿਸੇ ਵੀ ਗਲਤ ਅੰਸ਼ਨ ਕਰਕੇ ਆਵੇ, ਅਤੇ ਜਿਹਦੇ ਕਰਕੇ ਮੈਨੂੰ ਐਂ ਲੱਗੇ ਵੀ ਇਹ ਐਜੀਟੇਸ਼ਨ ਜਿਹੜਾ ਹੈ ਪੋਲੀਟੀਕਲ ਮੋਬਿਲਾਈਜ਼ਡ ਹੈ ਜਾਂ ਕੋਈ ਧਰਮ ਨਾਲ ਰਿਲੇਟਡ ਹੈ। ਤਾਂ ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ, ਤਾਂ ਨਾ ਹੀ ਮੈਂ ਕਰੂੰਗਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਉੱਥੇ ਕੋਈ ਵੀ ਕਿਸਾਨ ਦੇ ਜਿਹੜੇ ਹੱਕ ਨੇ ਉਹਨਾਂ ਦੀ ਗੱਲ ਕਰੋ, ਉੱਥੇ ਜਾ ਕੇ ਕੋਈ ਨਾਅਰਾ ਇਹੋ ਜਿਹਾ ਨਾ ਲਗਾਓ ਕਿ ਜਿਹਦੇ ਵਾਸਤੇ ਆਪਣਾ ਦੇਸ਼ ਟੁੱਟੇ, ਜਾਂ ਕਹਿ ਲਓ ਕਿ ਜਿਹਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਇੱਕ ਦੂਸਰੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਹੇਟ ਦੀ ਭਾਵਨਾ ਪੈਦਾ ਹੋਵੇ। ਹੇਟ ਨਹੀਂ, ਆਪਾਂ ਨੇ ਪਿਆਰ ਵੰਡਣਾ, ਪਿਆਰ ਮਿਲੂਗਾ, ਜਿੰਨਾ ਪਿਆਰ ਵੰਡਾਂਗੇ ਪਿਆਰ ਮਿਲੂਗਾ। ਸੋ ਇਸੇ ਨਾਲ ਮੈਂ ਜੈ ਹਿੰਦ, ਜੈ ਭਾਰਤ, ਅਤੇ ਉਮੀਦ ਕਰਦਾ ਕਿ ਆਪਾਂ ਆਪਣੇ ਹੱਕਾਂ ਦੀ ਲੜਾਈ ਨੂੰ ਜ਼ਰੂਰ ਜਿੱਤ ਕੇ ਇਸ ਦੁਨੀਆ ਦੇ ਵਿੱਚ ਆਪਣਾ ਝੰਡਾ ਲਹਿਰਾਵਾਂਗੇ, ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗੇ। ਅਤੇ ਆਹ ਮੇਰੇ ਦੇਸ਼ ਦਾ ਝੰਡਾ ਹੈ, ਅਤੇ ਜਿਹਦੇ ਲਈ ਮੈਂ ਹਜੇ ਤੱਕ ਇੱਥੇ ਹੀ ਰਹਿਣਾ ਹੈ, ਅਤੇ ਆਹ ਮੇਰੇ ਦੇਸ਼ ਦੇ ਉਹ ਸ਼ੇਰ ਨੇ ਕਿ ਜਿਹੜੇ ਰਾਖੀ ਕਰਦੇ ਨੇ, ਅਤੇ ਅੱਜ ਉਹ ਬਾਰਡਰਾਂ 'ਤੇ ਬੈਠੇ ਨੇ ਅਤੇ ਐਜੀਟੇਸ਼ਨ ਦੇ ਰਹੇ ਹੈ। ਅਤੇ ਮੈਨੂੰ ਇਸ ਚੀਜ਼ ਦਾ ਬਹੁਤ ਪ੍ਰਾਊਡ ਹੈ ਕਿ ਮੈਂ ਮਲੇਰਕੋਟਲੇ ਦੀ ਧਰਤੀ 'ਤੇ ਰਹਿਣਾ, ਜਿੱਥੇ ਹਾਰੇ ਦਾ ਨਾਅਰਾ ਲੱਗਿਆ ਹੋਇਆ, ਯਾਨੀ ਕਿ ਜਿਹੜੇ ਇੱਥੇ ਦੇ ਨਵਾਬ ਨੇ ਉਹਨਾਂ ਨੇ ਹਾਰੇ ਦਾ ਨਾਅਰਾ ਲਾਇਆ ਸੀ। ਤਾਂ ਸੋਚੋ ਕਿ ਮਲੇਰਕੋਟਲਾ ਉਹ ਧਰਤੀ ਹੈ ਜਿੱਥੇ ਹਿੰਦੂ, ਮੁਸਲਮਾਨ ਅਤੇ ਕ੍ਰਿਸਚਨ ਇਕੱਠੇ ਰਹਿੰਦੇ ਨੇ, ਅਤੇ ਪੂਰੀ ਦੁਨੀਆ ਸਾਹਮਣੇ ਐਗਜ਼ਾਮਪਲ ਹੈ। ਕਿਤੇ ਲੜਾਈ ਹੋਈ ਜਾਵੇ, ਸਾਡੇ ਸ਼ਹਿਰ 'ਚ ਇਹ ਚੀਜ਼ ਨਹੀਂ ਹੁੰਦੀ। ਜਿੰਨੀ ਮਰਜ਼ੀ ਕੋਈ ਗੰਦੀ ਪੋਲੀਟਿਕਸ ਕਰਨ ਦੀ ਕੋਸ਼ਿਸ਼ ਕਰੇ ਸਾਡੇ ਸ਼ਹਿਰ ਦੇ ਵਿੱਚ, ਪਰ ਸਾਡੇ ਸ਼ਹਿਰ ਦੇ ਲੋਕਾਂ ਦਾ ਜੋ ਪਿਆਰ ਹੈ ਅਤੇ ਮੇਰਾ ਉਹਨਾਂ ਪ੍ਰਤੀ ਜੋ ਪਿਆਰ ਹੈ ਉਹ ਕੋਈ ਤੋੜ ਨਹੀਂ ਸਕਦਾ। ਚਾਹੇ ਕੋਈ ਜਿੰਨੇ ਮਰਜ਼ੀ ਚੰਗੇ ਮਾੜੀ ਗੱਲਾਂ ਬੋਲ ਲਓ, ਜਿੰਨੇ ਮਰਜ਼ੀ ਨਾਅਰੇ ਲਾ ਲਓ, ਜੋ ਪਿਆਰ ਸਾਡੇ ਇੱਥੇ ਮਲੇਰਕੋਟਲੇ ਲੋਕਾਂ ਦੇ ਵਿੱਚ ਹੈ ਉਹ ਇੱਕ ਐਗਜ਼ਾਮਪਲ ਹੈ ਪੂਰੀ ਦੁਨੀਆ ਵਾਸਤੇ। ਤਾਂ ਇਸ ਕਰਕੇ ਮਲੇਰਕੋਟਲੇ ਦੇ ਸ਼ਹਿਰ ਤੋਂ, ਮਲੇਰਕੋਟਲੇ ਦੀ ਧਰਤੀ ਤੋਂ ਮੈਂ ਇਹੀ ਗੱਲ ਕਹਿ ਰਿਹਾ ਕਿ ਯੂਨਿਟੀ ਜਿਹੜੀ ਹੈ ਉਹ ਸਭ ਕੁਛ ਹੈ, ਅਤੇ ਜੇ ਆਪਾਂ ਯੂਨਾਈਟਿਡ ਹੈ ਤਾਂ ਆਪਣਾ ਦੇਸ਼ ਇੱਕ ਗੁਲਦਸਤਾ ਹੈ, ਅਤੇ ਆਪਣੀ ਪੂਰੇ ਵਰਲਡ ਦੇ ਵਿੱਚ ਸਿਰਫ ਇਸੇ ਚੀਜ਼ ਦੀ ਪਹਿਚਾਣ ਹੈ, ਅਤੇ ਆਪਾਂ ਇਹ ਪਹਿਚਾਣ ਨੂੰ ਹਮੇਸ਼ਾ ਬਣਾ ਕੇ ਰੱਖਣਾ ਹੈ। ਆਪਣੇ ਹੱਥ ਦੇ ਵਿੱਚ ਹੈ, ਪੋਲੀਟਿਕਸ ਦੇ ਹੱਥ 'ਚ ਨਹੀਂ ਹੈਗਾ, ਕਿਉਂਕਿ ਡਿਵਾਈਡ ਐਂਡ ਰੂਲ ਦੀ ਪੋਲਿਸੀ ਤਾਂ ਅੰਗਰੇਜ਼ਾਂ ਦੇ ਟਾਈਮ ਦੀ ਚੱਲੀ ਆ ਰਹੀ ਹੈ, ਅਤੇ ਇੱਕ ਵੀ ਸਰਕਾਰ ਮੈਨੂੰ ਹਜੇ ਤੱਕ ਇਹੋ ਜਿਹੀ ਨਹੀਂ ਮਿਲੀ ਜਿਹਨੇ ਪੋਲਿਸੀ 'ਤੇ ਕਹਿ ਲਓ ਕਿ ਇਹਦੇ ਅਗੇਂਸਟ ਜਾ ਕੇ ਲੋਕਾਂ ਦੇ ਹਿੱਤ 'ਚ ਕੋਈ ਕੰਮ ਕੀਤਾ ਹੋਵੇ। ਤਾਂ ਇਸ ਕਰਕੇ ਜੈ ਹਿੰਦ ਦਾ ਨਾਅਰਾ ਰੱਖੋ, ਜੈ ਜਵਾਨ ਜੈ ਕਿਸਾਨ ਰੱਖੋ, ਨਵੀਆਂ ਟੈਕਨੀਕਾਂ ਲਾਓ, ਸਾਇੰਸ ਦਾ ਇਸਤੇਮਾਲ ਕਰੋ। ਯੂਨੀਵਰਸਿਟੀ ਦੇ ਲੋਕ, ਐਗਰੀਕਲਚਰ ਨਾਲ ਜੁੜੇ ਹੋਏ ਪੜ੍ਹੇ ਲਿਖੇ ਲੋਕ ਸਟੇਜਾਂ 'ਤੇ ਜਾਣ, ਉੱਥੇ ਜਾ ਕੇ ਕਿਸਾਨਾਂ ਨੂੰ ਗਾਈਡਲਾਈਨ ਦੇਣ, ਅਤੇ ਕੋਈ ਹੋਰ ਨਾਅਰਾ ਨਾ ਲੱਗੇ, ਬਸ ਆਹੀ ਨਾਅਰਾ ਲੱਗੇ ਕਿ ਅਸੀਂ ਇਕੱਠੇ ਹਾਂ, ਭਰਾ ਹੈ, ਅਤੇ ਆਪਣੇ ਹੱਕਾਂ ਲਈ ਲੜਨ ਆਏ ਹਾਂ, ਅਤੇ ਹੱਕ ਲੈ ਕੇ ਜਾਵਾਂਗੇ।
ਧੰਨਵਾਦ।